एंड वेलकम। सत श्री अकाल जी, मैं हाँ हरजोत कौर हाजिर आज लैके तुहाडा अपना मनपसंद इमीग्रेशन शो उडारी विदेशा नूं ते बहुत सारियां गल्लां तुहाडे नाल हमेशा करदे आ ते तुसीं बहुत सारा प्यार साडे इस शो नूं दिंदे हो ते इसलिए अज एक बार फिर तो आप आस्ट्रेलिया कैनेडा दी अपडेट्स बारे गल करांगे ते नाल दी नाल बहुत सारे सवाल तुहाडे सारिआं दे जो आ रहे सी जॉब एक्सपीरियंस वीज़ा बारे एक बार फिर तो खुल के उहदे उपर भी चर्चा करांगे ते अज दी गलबात लई साडे स्टूडियो विच मौजूद हाँ जी स्टार फ्यूचर एजुकेशन एंड इमीग्रेशन सर्विसिज तो वीज़ा एक्सपर्ट छवि शर्मा जी, बहुत बहुत स्वागत है जी। सत श्री अकाल। सत श्री अकाल हरजोत जी ते प्रोग्राम देख रहे सारे दर्शकों ਨੂੰ स्टार फ्यूचर एजुकेशन इमीग्रेशन सर्विसेज ਦੀ पूरी टीम ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਟਾਰਟਿੰਗ ਵਿੱਚ ਸ਼ੋਅ ਦੇ ਵਿੱਚ ਦੱਸ ਦਵਾਂ ਦਰਸ਼ਕਾਂ ਨੂੰ ਕਿ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜੋ ਕੰਪਨੀ ਹੈ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ। ਸੋ ਤੁਸੀਂ ਭਰੋਸੇ ਦੇ ਨਾਲ ਜੋ ਹੈ ਆਪਣੇ ਭਵਿੱਖ ਦੇ ਲਈ ਫੈਸਲਾ ਕਾਉਂਸਲਿੰਗ ਗਾਈਡੈਂਸ ਇਹਨਾਂ ਤੋਂ ਲੈ ਸਕਦੇ ਹੋ। ਤੇ ਛਵੀ ਜੀ, ਆਸਟ੍ਰੇਲੀਆ ਤੋਂ ਹੀ ਸ਼ੁਰੂਆਤ ਕਰਨਾ ਚਾਹੂੰਗੀ ਇੱਕ ਵਾਰ ਫਿਰ ਤੋਂ ਕਿ ਲਗਾਤਾਰ ਅਸੀਂ ਜਿਵੇਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਫਾਈਲਿੰਗ ਬਹੁਤ ਸਾਰੀ ਫਾਈਲਸ ਲੱਗ ਰਹੀਆਂ ਨੇ। ਇੰਨੇ ਜ਼ਿਆਦਾ ਰਸ਼ ਹੋਣ ਦੇ ਨਾਲ ਕੀ ਹੁਣ ਜਿਹੜੇ ਸਟੂਡੈਂਟਸ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਕਿਤੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਦਾ ਅੱਗੋਂ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ, ਕੋਈ ਦੇਰੀ ਤਾਂ ਨਹੀਂ ਕਿਸੇ ਤਰ੍ਹਾਂ ਦੀ ਹੁਣ ਹੋ ਰਹੀ? ਜੀ ਬਿਲकुल ਆਸਟ੍ਰੇਲੀਆ ਦੀ ਗੱਲ ਕਰਦੇ ਆ, ਸਭ ਤੋਂ ਹੌਟ ਟੌਪਿਕ ਹੈ ਆਸਟ੍ਰੇਲੀਆ ਔਰ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਦੀ ਜਿਹੜੀ ਐਕਸਪਰਟੀਜ਼ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ ਹੀ ਹੈਗੀਆਂ ਨੇ। ਔਰ ਹੁਣ ਜਦ ਆਸਟ੍ਰੇਲੀਆ ਓਪਨ ਹੋਇਆ ਹੈ ਸਾਡੇ ਘੱਟ ਤੋਂ ਘੱਟ 15 ਵੀਜ਼ਾਸ ਜਿਹੜੇ ਨੇ ਆਸਟ੍ਰੇਲੀਆ ਦੇ ਆ ਚੁੱਕੇ ਨੇ। ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਪੜ੍ਹਨਾ ਚਾਹੁੰਦੇ ਨੇ, ਜਿਨ੍ਹਾਂ ਦੀ ਫਾਈਲ ਕਾਫੀ ਟਾਈਮ ਤੋਂ ਹੋਲਡ ਸੀਗੀਆਂ ਤੇ 15 ਬੱਚਿਆਂ ਦੇ ਆਲਰੇਡੀ ਵੀਜ਼ਾਸ ਆ ਚੁੱਕੇ ਨੇ। ਕਾਫੀ ਜ਼ਿਆਦਾ ਫਾਈਲਸ ਆ ਜਿਹੜੀਆਂ ਉਹ ਲੌਗਇਨ ਹੋ ਚੁੱਕੀਆਂ ਨੇ ਅੰਬੈਸੀ ਦੇ ਵਿੱਚ, ਰਿਜ਼ਲਟਸ ਪੈਂਡਿੰਗ ਹੈ ਔਰ ਕਈਆਂ ਦੇ ਹੁਣ ਇਸ ਮਹੀਨੇ ਅਸੀਂ ਫਾਈਲਸ ਲਗਾ ਰਹੇ ਹਾਂ। ਸਾਡੀ ਕੋਸ਼ਿਸ਼ ਇਹ ਹੈ ਕਿ ਮਾਰਚ ਦੇ ਐਂਡ ਤੱਕ ਅਸੀਂ ਜ਼ਿਆਦਾ ਤੋਂ ਜ਼ਿਆਦਾ ਫਾਈਲਸ ਨੂੰ ਅੰਬੈਸੀ ਦੇ ਵਿੱਚ ਲਗਾਈਏ, ਕਿਉਂਕਿ ਕੁਝ ਪਤਾ ਨਹੀਂ ਹੈ ਕਿ ਆਸਟ੍ਰੇਲੀਆ ਹੁਣ ਜਿੱਦਾਂ ਜਿੱਦਾਂ ਵੱਧਦੇ ਰਿਜ਼ਲਟਸ ਦੇ ਨਾਲ ਥੋੜਾ ਹੋਰ ਸਟ੍ਰਿਕਟ ਹੋ ਸਕਦਾ ਜਾਂ ਰੂਲਸ ਚੇਂਜ ਹੋ ਸਕਦੇ ਨੇ। ਸੋ ਇਸੇ ਲਈ ਅੱਜ ਦੇ ਸ਼ੋਅ ਦੇ ਵਿੱਚ ਮੇਰੀ ਰਿਕੁਐਸਟ ਹੈਗੀ ਹੈ ਉਹਨਾਂ ਸਟੂਡੈਂਟਸ ਨੂੰ ਜਿਹੜੇ 2019 ਪਾਸ ਆਊਟ ਹੈਗੇ ਨੇ ਜਾਂ 2018 ਪਾਸ ਆਊਟ ਹੈਗੇ ਨੇ, 6 ਬੈਂਡ ਨੇ, 6.5 ਬੈਂਡ ਹੈ, ਓਵਰਆਲ 5.5 ਸਕੋਰ ਹੈਗਾ, ਜਾਂ ਜਿਹੜਾ ਨੇ +2 ਰੀਸੈਂਟਲੀ ਕੀਤੀ ਹੋਈ ਹੈ, 20 ਪਾਸ ਆਊਟ ਹੈ ਜਾਂ 21 ਪਾਸ ਆਊਟ ਹੈਗੇ ਨੇ। ਉਹਨਾਂ ਬੱਚਿਆਂ ਨੂੰ ਅਸੀਂ ਕਹਿ ਰਹੇ ਹਾਂ ਕਿ ਪਲੀਜ਼ ਹੁਣ ਤੁਸੀਂ ਆਪਣਾ ਟਾਈਮ ਬਿਲਕੁਲ ਵੇਸਟ ਨਾ ਕਰੋ ਜ਼ਿਆਦਾ ਸੋਚਦੇ ਹੋਏ ਕਿ ਅਸੀਂ ਅਪਲਾਈ ਕਰੀਏ ਜਾਂ ਨਾ ਕਰੀਏ। ਕਮਿੰਗ ਇਨਟੇਕ ਤੁਹਾਡੇ ਲਈ ਇੱਕ ਆਖਰੀ ਮੌਕਾ ਹੋ ਸਕਦਾ ਆਸਟ੍ਰੇਲੀਆ ਅਪਲਾਈ ਕਰਨ ਦਾ। ਜਿਹੜੇ ਗੈਪ ਵਾਲੇ ਸਟੂਡੈਂਟ ਨੇ, 5.5 ਬੈਂਡ ਵਾਲੇ ਸਟੂਡੈਂਟਸ ਜਿਹੜੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਹੁਣ ਕਾਫੀ ਵਧੀਆ ਤਰੀਕੇ ਨਾਲ ਰਿਜ਼ਲਟਸ ਦੇ ਰਿਹਾ ਹੈ, ਅੱਛੇ ਗ੍ਰਾਂਟ ਰੇਸ਼ੋ ਆਸਟ੍ਰੇਲੀਆ ਦੇ ਅਸੀਂ ਦੇਖ ਰਹੇ ਹਾਂ। ਤਾਂ ਹੀ ਸਾਡੀ ਕੋਸ਼ਿਸ਼ ਹੈ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਫਾਈਲਸ ਹੈ ਜਿਹੜੀਆਂ ਅਸੀਂ ਉਹ ਆਸਟ੍ਰੇਲੀਆ ਦੇ ਵਿੱਚ ਲੌਗਇਨ ਕਰ ਦਈਏ ਮਾਰਚ ਦੇ ਵਿੱਚ। ਸੋ ਜਿਹੜਿਆਂ ਦਾ ਇਨਟੇਕ ਨਹੀਂ ਹੈ, ਸਕਿਪ ਕਰਨਾ ਚਾਹੁੰਦੇ, ਗੈਪ ਹੈਗਾ ਜਾਂ 5.5 ਬੈਂਡ ਹੈਗੇ ਨੇ या 6.5 बैंड है, स्पाउस केस है, 21 पास आउट है, 19 या 18 पास आउट स्टूडेंट्स हैगे ने, दिस इज द गोल्डन चांस टू अप्लाई आस्ट्रेलिया स्टूडेंट वीज़ा। जी 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 बिल्कुल। सो ताज़ा अपडेट्स हमेशा तुहाडे नाल सांझे करते रहने क्योंकि स्टूडेंट्स जिहड़े भी डिसीजन लेना चाहुंदे ने टाइमली तुसीं डिसीजन लो, किते कोई देरी ना होवे, क्योंकि तुहाडी थोड़ी जी देरी दे नाल जो है पूरा इंटेक कई बार टप जांदा। सो कमिंग इंटेक दे विच तुसीं जो है टाइमली अपनी सीट जो है बुक करवा सको, इसलिए टाइमली जो है अपना प्रोसैस भी जरूर शुरू करवाओ। ते नाल दे नाल ਆਸਟ੍ਰੇਲੀਆ ਦੇ ਆਪਾਂ ਸਟੱਡੀ ਵੀਜ਼ਾ ਦੀ ਤਾਂ ਗੱਲ ਕਰ ਰਹੇ ਹਾਂ, ਪਰ ਜਿਹੜੇ ਨਾਲ ਸਪਾਊਸ ਵੀਜ਼ਾ ਵੀ ਲਗਾਉਣਾ ਚਾਹੁੰਦੇ ਉਹਨਾਂ ਲਈ ਵੀ ਕੀ ਰਾਈਟ ਟਾਈਮ ਚੱਲ ਰਿਹਾ ਜਾਂ ਉਹਨਾਂ ਨੂੰ ਥੋੜਾ ਹੋਰ ਸੋਚਣਾ ਚਾਹੀਦਾ, ਕੁਝ ਹੋਰ ਕਿਸੇ ਹੋਰ ਇਨਟੇਕ ਬਾਰੇ ਸੋਚਣਾ ਚਾਹੀਦਾ? ਜੀ ਬਿਲਕੁਲ ਹਰਜੋਤ, ਦੇਖੋ ਜਿਹੜੇ ਸਪਾਊਸ ਕੇਸਿਸ ਹੈਗੇ ਨੇ ਜਾਂ ਜਿਹੜੇ ਆਪਣੇ ਹਸਬੈਂਡ ਵਾਈਫ ਦੇ ਨਾਲ ਜਾਣਾ ਚਾਹੁੰਦੇ ਨੇ ਜਾਂ ਵਾਈਫ ਹਸਬੈਂਡ ਦੇ ਨਾਲ ਕੰਪਨੀ ਕਰਨਾ ਚਾਹੁੰਦੀ ਹੋ ਆਸਟ੍ਰੇਲੀਆ ਦੇ ਵਿੱਚ, ਜਿਹੜੇ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਨੇ, ਉਹਨਾਂ ਲਈ ਇੱਕ ਖਾਸ ਤਰੀਕੇ ਦੀਆਂ ਹਦਾਇਤਾਂ ਜ਼ਰੂਰ ਨੇ ਸਾਡੇ ਵੱਲੋਂ ਕਿ ਜੇ ਦੇਖੋ ਜੇ ਤੇ ਤੁਹਾਡੇ ਮੇਨ ਐਪਲੀਕੈਂਟ ਨੇ +2 ਕੀਤੀ ਹੈ, 12ਵੀਂ ਪਾਸ ਹੈ, 5.5 ਜਾਂ 6.5 ਬੈਂਡ ਹੈਗੇ ਨੇ, ਤਾਂ ਜਿਹੜਾ ਤੁਹਾਡਾ ਸਪਾਊਸ ਹੈਗਾ ਜਾਂ ਡਿਪੈਂਡੈਂਟ ਹੈ ਉਹ ਵੀ ਤੁਹਾਡੇ ਨਾਲ ਕੰਪਨੀ ਨਹੀਂ ਕਰ ਸਕਦਾ। ਉਹ 3 ਮਹੀਨਿਆਂ ਤੋਂ ਜਾਂ 1 ਸਮੈਸਟਰ ਤੋਂ ਬਾਅਦ ਹੀ ਉੱਥੇ ਜਾ ਸਕਦਾ ਆ। ਲੇਕਿਨ ਜੇ ਤੁਹਾਡਾ ਮੇਨ ਐਪਲੀਕੈਂਟ ਬੈਚਲਰ ਇੱਥੇ ਹੈਗਾ ਆ, ਉਹਨੇ ਬੈਚਲਰ ਕੀਤੀ ਹੈ ਐਂਡ ਆਸਟ੍ਰੇਲੀਆ ਉਹ ਪੋਸਟ ਗ੍ਰੈਜੂਏਸ਼ਨ ਡਿਪਲੋਮਾਸ ਜਾਂ ਮਾਸਟਰ ਡਿਗਰੀ ਵਾਸਤੇ ਪੜ੍ਹਨ ਜਾ ਰਿਹਾ, ਤਾਂ ਹੀ ਜਿਹੜਾ ਸਪਾਊਸ ਹੈਗਾ ਉਹ ਨਾਲ ਜਾ ਸਕਦਾ ਹੈ। ਸੋ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਕਿਹੜੇ ਸਪਾਊਸ ਕੇਸਿਸ ਲੱਗ ਸਕਦੇ ਨੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਤੁਹਾਨੂੰ ਠੱਗਣ ਵਾਸਤੇ ਤਿਆਰ ਨੇ, ਤੁਹਾਨੂੰ ਮਿਸਗਾਈਡ ਕਰਨ ਵਾਸਤੇ ਤਿਆਰ ਨੇ। ਲੇਕਿਨ ਇਸ ਸ਼ੋਅ ਤੇ, ਇਸ ਟੈਲੀਵਿਜ਼ਨ ਤੇ ਆ ਕੇ, ਇਸ ਪਲੇਟਫਾਰਮ ਤੇ ਆ ਕੇ ਅਸੀਂ ਆਪਣੀ ਜ਼ਿੰਮੇਦਾਰੀ ਨੂੰ, ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਅੰਡਰਸਟੈਂਡ ਕਰਦੇ ਹਾਂ, ਜਿਸ ਕਰਕੇ ਅਸੀਂ ਤੁਹਾਨੂੰ ਸਹੀ ਇਨਫੋਰਮੇਸ਼ਨ ਹੀ ਦੇਵਾਂਗੇ। ਐਂਡ ਸਟਾਰ ਫਿਊਚਰ ਇਮੀਗ੍ਰੇਸ਼ਨ ਤੁਹਾਨੂੰ ਪਤਾ ਹੀ ਹੈ ਜੀ, ਲਾਇਸੈਂਸ ਅਪਰੂਵਡ ਕੰਪਨੀ ਹੈ ਪੰਜਾਬ ਸਰਕਾਰ ਤੋਂ। ਪਿਛਲੇ 7-8 ਸਾਲ ਤੋਂ ਅਸੀਂ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਇਸ ਤੋਂ ਪਹਿਲਾਂ 2006 ਤੋਂ ਹੀ ਤੁਸੀਂ ਮੈਨੂੰ ਟੈਲੀਵਿਜ਼ਨ ਤੇ ਦੇਖ ਵੀ ਰਹੇ ਹੋ। ਅਲੱਗ-ਅਲੱਗ ਸ਼ੋਜ਼ ਤੇ ਅਲੱਗ-ਅਲੱਗ ਮਾਧਿਅਮ ਦੇ ਰਾਹੀਂ ਮੈਂ ਤੁਹਾਡੇ ਤੱਕ ਪਹੁੰਚਦੀ ਆ ਰਹੀ ਹਾਂ। ਲੇਕਿਨ ਹੁਣ ਪਿਛਲੇ ਸਾਲਾਂ ਤੋਂ ਅਸੀਂ ਇਸ ਸਟਾਰ
ਸਟਾਰ ਫਿਊਚਰ ਇਮੀਗ੍ਰੇਸ਼ਨ ਨੂੰ ਪ੍ਰਮੋਟ ਕਰ ਰਹੇ ਹਾਂ ਸੋ ਦੈਟ ਅਸੀਂ ਲੋਕਾਂ ਤੱਕ ਸਹੀ ਤੇ ਸੁਚੱਜੀ ਜਾਣਕਾਰੀ ਪਹੁੰਚਾ ਸਕੀਏ। ਸੋ ਜਿਹੜੇ ਵੀ ਐਪਲੀਕੈਂਟ ਆਸਟ੍ਰੇਲੀਆ ਵਾਸਤੇ ਹੁਣ ਇੰਟਰਸਟਿਡ ਹੈਗੇ ਨੇ ਜਾਂ ਕੈਨੇਡਾ ਤੋਂ ਰਿਫਿਊਜ਼ ਹੈਗੇ ਨੇ, ਉਹ ਜ਼ਿਆਦਾ ਹੁਣ ਆਪਣਾ ਟਾਈਮ ਵੇਸਟ ਨਾ ਕਰਦੇ ਹੋਏ ਆਸਟ੍ਰੇਲੀਆ ਇਸ ਮਾਰਚ ਦੇ ਵਿੱਚ ਆਪਣੀ ਫਾਈਲ ਜ਼ਰੂਰ ਲੌਗਇਨ ਕਰਵਾਉਣ। ਜੀ 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 ਬਿਲਕੁਲ। ਤੇ ਇੱਕ ਸਵਾਲ ਇਹ ਵੀ ਸਟੂਡੈਂਟਸ ਦਾ ਸਾਡੇ ਕੋਲ ਪਹੁੰਚਦਾ ਹੈ ਕਿ ਜਿਵੇਂ ਆਪਾਂ ਆਸਟ੍ਰੇਲੀਆ ਬਾਰੇ ਜਾਣਦੇ ਹਾਂ ਕਿ ਜੇਕਰ ਇੱਕ ਵਾਰੀ ਰਿਫਿਊਜ਼ਲ ਆ ਜਾਏ ਤਾਂ ਉਸਨੂੰ ਅਪਡੇਟ ਕਰਨਾ ਪੈਂਦਾ ਆਪਣੀ ਪ੍ਰੋਫਾਈਲ ਨੂੰ, ਤਾਂ ਉਹਨਾਂ ਸਟੂਡੈਂਟਸ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਅਗਰ ਇਨ ਕੇਸ ਕਈਆਂ ਦਾ ਆਸਟ੍ਰੇਲੀਆ ਤੋਂ ਵੀ ਰਿਫਿਊਜ਼ਲ ਆ ਗਈ ਹੈ ਕਿਸੇ ਕਾਰਨਵਸ਼, ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣੀ ਫਾਈਲਿੰਗ ਉੱਪਰ ਕੰਮ ਕਰਨਾ ਚਾਹੀਦਾ ਹੈ? ਦੇਖੋ, ਜੇ ਤੇ ਆਲਰੇਡੀ ਆਸਟ੍ਰੇਲੀਆ ਤੋਂ ਰਿਫਿਊਜ਼ ਹੋ, ਦੁਬਾਰਾ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਫਾਈਲ ਦੇ ਵਿੱਚ ਸਾਨੂੰ ਕੁਝ ਨਾ ਕੁਝ ਅਪਗ੍ਰੇਡਡ ਜ਼ਰੂਰ ਕਰਨਾ ਪੈਂਦਾ, ਜਾਂ ਤੁਹਾਡਾ ਐਕਸਪੀਰੀਅੰਸ ਹੈ, ਜਾਂ ਤੁਸੀਂ ਹੁਣ ਡਿਗਰੀ ਕੀਤੀ ਹੈ, ਜਾਂ ਤੁਸੀਂ ਆਪਣਾ ਆਇਲਸ ਇੰਪਰੂਵ ਕੀਤਾ, ਜਾਂ ਤੁਹਾਡੇ ਫੰਡਸ ਇੰਪਰੂਵ ਹੋਏ ਨੇ। ਸੋ ਇਹ ਜੇ ਚੀਜ਼ਾਂ ਕੁਝ ਨਾ ਕੁਝ ਅਪਗ੍ਰੇਡ ਹੋਈਆਂ ਨੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੇ ਵਧੀਆ ਚਾਂਸਸ ਹੁੰਦੇ ਨੇ ਤੁਹਾਨੂੰ ਵੀਜ਼ਾ ਗ੍ਰਾਂਟ ਹੋ ਸਕਦਾ ਹੈ। ਸੋ ਇਹ ਇੱਕ ਮਿਥ ਹੈਗਾ ਕਿ ਜੇ ਰਿਫਿਊਜ਼ ਕੇਸ ਹੈਗਾ ਦੁਬਾਰਾ ਵੀਜ਼ਾ ਨਹੀਂ ਆ ਸਕਦਾ, ਇੱਦਾਂ ਦਾ ਕੁਝ ਵੀ ਨਹੀਂ ਹੈ। ਰਿਫਿਊਜ਼ ਕੇਸਿਸ ਦੇ ਵੀ ਵੀਜ਼ਾਸ ਜਿਹੜੇ ਆਸਟ੍ਰੇਲੀਆ ਨੇ ਦਿੱਤੇ ਨੇ, ਲੇਕਿਨ ਕੁਝ ਸ਼ਰਤਾਂ ਦੇ ਨਾਲ, ਕੁਝ ਕੰਡੀਸ਼ਨਸ ਦੇ ਨਾਲ ਕਿ ਉਹਨਾਂ ਦਾ ਪਹਿਲਾ ਪ੍ਰੋਫਾਈਲ ਕੀ ਸੀ ਤੇ ਹੁਣ ਦੁਬਾਰਾ ਅਪਲਾਈ ਜੇ ਕੀਤਾ ਤੇ ਉਹਨਾਂ ਦਾ ਹੁਣ ਪ੍ਰੋਫਾਈਲ ਕੀ ਹੈਗਾ। ਸੋ ਦੇਖੋ, ਆਸਟ੍ਰੇਲੀਆ ਦੀ ਸਾਡੀ ਐਕਸਪਰਟੀਜ਼ ਹੈਗੀਆਂ ਨੇ, ਸਾਡੇ ਮਾਰਾ ਏਜੰਟਸ ਹੈਗੇ ਨੇ, ਸਾਡੇ ਪੈਨਲ ਦੇ ਨਾਲ ਕੰਮ ਕਰਦੇ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੀ ਹੈਗੇ ਨੇ। ਸਾਰੀ ਫਾਈਲਿੰਗ ਤੁਹਾਡੀ ਵਧੀਆ ਤਰੀਕੇ ਨਾਲ ਮਾਰਾ ਲਾਇਰ ਦੇ ਵੱਲੋਂ ਤਿਆਰ ਕੀਤੀ ਜਾਂਦੀ ਹੈ ਜਿਹੜੀ ਐਮਬੈਸੀ ਦੇ ਵਿੱਚ ਰੀਪ੍ਰੈਜ਼ੈਂਟ ਕਰਦੇ ਆ। ਸੋ ਸਾਡੇ ਕੰਮ ਕਰਨ ਦਾ ਤਰੀਕਾ ਬਿਲਕੁਲ ਡਿਫਰੈਂਟ ਹੈ ਹੋਰ ਲੋਕਾਂ ਨਾਲੋਂ। ਇਦਾਂ ਨਹੀਂ ਹੈ ਕਿ ਤੁਹਾਡੀ ਸਿੱਧੀ ਅਸੀਂ ਐਪਲੀਕੇਸ਼ਨ ਪਾ ਰਹੇ ਹਾਂ ਜਾਂ ਸਿੱਧੀ ਤੁਹਾਡੀ ਪ੍ਰੋਫਾਈਲ ਐਮਬੈਸੀ ਦੇ ਵਿੱਚ ਲੱਗ ਰਹੀ ਹੈ ਜਾਂ ਯੂਨੀਵਰਸਿਟੀ ਨੂੰ ਐਪਲੀਕੇਸ਼ਨ ਭੇਜ ਰਹੇ ਹਾਂ ਜਾਂ ਕਾਲਜ ਨੂੰ ਐਪਲੀਕੇਸ਼ਨ ਭੇਜ ਰਹੇ। ਨਹੀਂ, ਤੁਹਾਨੂੰ ਇੱਕ ਪ੍ਰੋਪਰ ਅਸੀਂ ਲਾਇਰ ਦੇ ਥਰੂ ਤੁਹਾਡਾ ਕੇਸ ਰੀਪ੍ਰੈਜ਼ੈਂਟ ਕੀਤਾ ਜਾਂਦਾ ਹੈ, ਚਾਹੇ ਯੂਨੀਵਰਸਿਟੀ ਹੋਵੇ, ਚਾਹੇ ਲੈਵਲ 1 ਦਾ ਇੰਸਟੀਚਿਊਟ ਹੋਵੇ, ਉਸ ਤੋਂ ਬਾਅਦ ਐਮਬੈਸੀ 'ਚ ਫਾਈਲ ਲੱਗਦੀ ਹੈ। ਸੋ ਇਹ ਡਿਫਰੈਂਸ ਜ਼ਰੂਰ ਹੈ। ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਵਿੱਚ ਆ ਕੇ ਤੁਹਾਨੂੰ ਬੈਨੀਫਿਟ ਮਿਲਦਾ ਹੈ ਔਰ ਇਹਦੇ ਕੋਈ ਵੀ ਪੈਸੇ ਅਲੱਗ ਤੋਂ ਚਾਰਜ ਨਹੀਂ ਕੀਤੇ ਜਾਂਦੇ। ਇੱਕ ਵਾਰੀ ਜ਼ਰੂਰ ਅਸੀਂ ਸਟੂਡੈਂਟਸ ਨੂੰ ਦੱਸ ਦਿੰਦੇ ਹਾਂ, ਆਫਰ ਲੈਟਰ ਮੰਗਾਉਣ ਤੱਕ ਦੇ ਵੀ ਕੋਈ ਪੈਸੇ ਨਹੀਂ ਹੈ। ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਤੁਸੀਂ ਫ੍ਰੀ ਆਫ ਕਾਸਟ ਬਿਨਾਂ ਆਫਰ ਲੈਟਰ ਦੇ ਕੋਈ ਵੀ ਪੈਸੇ ਦਿੱਤੇ ਤੁਸੀਂ ਅਪਲਾਈ ਕਰਵਾ ਸਕਦੇ ਹੋ। ਜੀ 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 ਬਿਲਕੁਲ। ਸੋ ਤੁਸੀਂ ਜੋ ਹੈ ਟਾਈਮਲੀ ਜੋ ਹੈ ਅਪਲਾਈ ਕਰੋ ਤਾਂ ਕਿ ਬਾਰ-ਬਾਰ ਅਸੀਂ ਇਹੀ ਗੱਲ ਕਰਦੇ ਹੁੰਦੇ ਹਾਂ ਕਿ ਸਹੀ ਗਾਈਡੈਂਸ ਦੇ ਨਾਲ ਅੱਗੇ ਵਧੋਗੇ, ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਜੇਕਰ ਤੁਸੀਂ ਅੱਗੇ ਵਧਦੇ ਹੋ ਤਾਂ ਤੁਸੀਂ ਕਿਤੇ ਵੀ ਕੋਈ ਰੁਕਾਵਟ ਨਹੀਂ ਆਉਂਦੀ, ਰਿਫਿਊਜ਼ਲ ਦੇ ਚਾਂਸਸ ਬਿਲਕੁਲ ਖਤਮ ਹੋ ਜਾਂਦੇ ਨੇ ਔਰ ਸਿਕਿਉਰਲੀ ਜੋ ਹੈ ਸਕਸੈਸ ਰੇਟ ਤੁਹਾਡੀ ਪ੍ਰੋਫਾਈਲ ਤੇ ਵੱਧ ਜਾਂਦਾ ਹੈ ਕਿ ਜਲਦੀ ਹੀ ਸਟੱਡੀ ਵੀਜ਼ੇ ਦੇ ਉੱਪਰ ਤੁਹਾਡਾ ਸਟੱਡੀ ਵੀਜ਼ਾ ਲੱਗੇਗਾ ਔਰ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋਗੇ। ਚਲੋ ਆਪਾਂ ਇੱਥੇ ਗੱਲ ਕਰ ਲਈਏ ਕਿ ਇਹ ਵੀ ਡਿਸਕਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿ ਸਟੂਡੈਂਟ ਜਿਹੜੇ +2 ਪਾਸ ਆਊਟ ਸਟੂਡੈਂਟਸ ਨੇ ਉਹਨਾਂ ਨੂੰ ਇਹ ਸਿਲੈਕਸ਼ਨ ਕਰਨ ਵੇਲੇ, ਡਿਸੀਜਨ ਲੈਣ ਵੇਲੇ ਕਿ ਅਸੀਂ ਡਿਪਲੋਮਾ ਕੋਰਸ ਲਈ ਜਾਈਏ ਕਿ ਡਿਗਰੀ ਕੋਰਸ ਲਈ ਜਾਈਏ, ਕਿੰਨਾ ਕੁ ਜ਼ਰੂਰੀ ਹੈ, ਇਸ ਦੇ ਕਿੰਨਾ ਕੁ ਫਰਕ ਪੈਂਦਾ ਲੌਂਗ ਟਰਮ ਦੇਖੀਏ ਤਾਂ? ਜੀ ਦੇਖੋ, ਇਹਦੇ ਵਿੱਚ ਤਾਂ ਬੱਚੇ ਤੇ ਡਿਪੈਂਡ ਕਰਦਾ ਕਿ ਉਹ ਸਿੱਧਾ ਡਿਗਰੀ ਕੋਰਸਿਸ ਦੇ ਵਿੱਚ ਜਾਣਾ ਚਾਹੁੰਦਾ ਹੈ ਜਾਂ ਪੜ੍ਹਨਾ ਚਾਹੁੰਦਾ ਹੈ, ਉਹਦਾ ਮੋਟਿਵ ਕੀ ਹੈਗਾ। ਇਸ ਤੋਂ ਇਲਾਵਾ ਉਹਨਾਂ ਦੇ ਬਜਟ ਤੇ ਡਿਪੈਂਡ ਕਰਦਾ ਹੈ ਕਿ ਬਜਟ ਕੀ ਹੈ, ਉਹਨਾਂ ਦੇ ਫੰਡਸ ਕਿੰਨੇ ਜੈਨੂਇਨ ਹੈ, ਕਿਉਂਕਿ ਡਿਗਰੀ ਕੋਰਸਿਸ ਸਾਰੇ ਯੂਨੀਵਰਸਿਟੀਜ਼ ਦੇ ਵਿੱਚ ਹੁੰਦੇ ਨੇ। GT ਕ੍ਰਾਈਟੇਰੀਆ ਕਲੀਅਰ ਜੇ ਉਹ ਕਰ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਇਸ ਤੋਂ ਇਲਾਵਾ ਅੰਡਰ ਗ੍ਰੈਜੂਏਟ ਪ੍ਰੋਗਰਾਮ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ 100% ਸਕਸੈਸ ਰੇਟ ਹੈਗਾ, ਉਹ ਵੀ ਲੈਵਲ 1 ਦੇ ਇੰਸਟੀਚਿਊਟਸ ਦੇ ਵਿੱਚ ਹੀ ਬੱਚੇ ਨੂੰ ਮਿਲੇਗਾ, ਘੱਟ ਖਰਚੇ ਤੇ ਇੱਥੇ ਜਾ ਸਕਦੇ ਨੇ। ਸੋ ਕੁਝ ਇਦਾਂ ਦਾ ਅਸੀਂ ਬਹੁਤ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਡਿਫਰੈਂਸ ਰਹੇਗਾ। ਬਿਲਕੁਲ ਫਾਈਨੈਂਸ਼ਲੀ ਥੋੜਾ ਜਿਹਾ ਬਰਡਨ ਜ਼ਰੂਰ ਹੁੰਦਾ ਡਿਗਰੀ ਕੋਰਸਿਸ ਦੇ ਵਿੱਚ, ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਘੱਟ ਬਰਡਨ ਹੁੰਦਾ ਹੈ, ਇਹ ਬੱਚੇ ਨੂੰ ਸਮਝਣਾ ਚਾਹੀਦਾ ਹੈ। ਜਿਹੜੇ ਸਪਾਊਸ ਕੇਸਿਸ ਹੈਗੇ ਨੇ ਉਹਨਾਂ ਲਈ ਤਾਂ ਬਿਲਕੁਲ ਕਲੀਅਰ ਹੈਗਾ ਹੈ, ਉਹ ਵੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਜਾਂ ਮਾਸਟਰ ਪ੍ਰੋਗਰਾਮ ਵਾਸਤੇ ਜਾਣਗੇ ਤੇ ਉਹਨਾਂ ਲਈ ਵੀ ਬਜਟ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਹੈ। ਬਟ ਜੇ ਅਸੀਂ ਬਜਟ ਦੀ ਗੱਲ ਕਰੀਏ ਡੈਫੀਨਿਟਲੀ ਕੰਪੈਰੀਟਿਵਲੀ ਟੂ ਕੈਨੇਡਾ ਕਿ ਆਸਟ੍ਰੇਲੀਆ ਦਾ ਜਿਹੜਾ ਬਜਟ ਹੈਗਾ ਬਹੁਤ ਜ਼ਿਆਦਾ ਘੱਟ ਹੈ, ਇੰਨਾ ਜ਼ਿਆਦਾ ਬਜਟ ਨਹੀਂ ਹੈ। ਔਰ ਸਕਸੈਸ ਰੇਟ ਇਸ ਟਾਈਮ ਕੈਨੇਡਾ ਦੇ ਨਾਲੋਂ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਹਾਈ ਹੈ, 80 to 90% ਸਕਸੈਸ ਰੇਟ ਹੈਗਾ ਇਸ ਟਾਈਮ ਆਸਟ੍ਰੇਲੀਆ ਦਾ। ਆਸਟ੍ਰੇਲੀਆ ਖੁੱਲ ਕੇ ਇਸ ਟਾਈਮ ਵੀਜ਼ਾ ਦੇ ਰਿਹਾ ਹੈ, ਤਾਂ ਹੀ ਸਾਡੀ ਕੋਸ਼ਿਸ਼ ਹੈ ਕਿ ਮਾਰਚ ਦੇ ਵਿੱਚ ਅਸੀਂ ਸਾਰੀ ਫਾਈਲਸ ਨੂੰ ਲੌਗਇਨ ਕਰ ਦਈਏ। ਸੋ ਜੇ ਤੁਹਾਡਾ ਗੈਪ ਹੈਗਾ 2018-19 ਪਾਸ ਆਊਟ ਹੋ ਜਾਂ 20-21 ਪਾਸ ਆਊਟ ਹੋ ਜਾਂ 19-20 ਪਾਸ ਆਊਟ ਹੋ ਤਾਂ ਬਿਲਕੁਲ ਵੀ ਵੇਟ ਨਾ ਕਰੋ, ਜ਼ਿਆਦਾ ਸੋਚਾਂ ਦੇ ਵਿੱਚ ਨਾ ਪਵੋ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਐਸ ਸੂਨ ਐਸ ਪੋਸੀਬਲ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੋ, ਇੱਕ ਵਾਰੀ ਮਿਲ ਕੇ ਜ਼ਰੂਰ ਜਾਓ। ਨਹੀਂ ਚੰਗਾ ਲੱਗਾ, ਜਿੱਥੋਂ ਅਪਲਾਈ ਕਰਨਾ ਤੁਸੀਂ ਕਰਾ ਸਕਦੇ ਹੋ, ਲੇਕਿਨ ਇੱਕ ਵਾਰੀ ਮਿਲ ਕੇ ਕੰਸਲਟੈਂਸੀ ਜ਼ਰੂਰ ਲਵੋ, ਆਪਸ਼ਨ ਜ਼ਰੂਰ ਲਵੋ। ਜੇ ਤੁਹਾਨੂੰ ਚੰਗਾ ਲੱਗਦਾ ਅਸੀਂ ਤੁਹਾਡੀ ਆਫਰ ਲੈਟਰ ਵਾਸਤੇ ਫ੍ਰੀ ਆਫ ਕਾਸਟ ਤੁਹਾਡਾ ਕੇਸ ਪ੍ਰੋਸੀਡ ਕਰਾਂਗੇ। ਜੀ 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 ਬਿਲਕੁਲ। ਤੇ ਇੱਕ ਜਿਵੇਂ ਆਪਾਂ ਦੇਖਦੇ ਹਾਂ ਨਾ ਜ਼ਿਆਦਾਤਰ ਪੇਰੈਂਟਸ ਵੀ ਸਿਕਿਉਰ ਸਮਝਦੇ ਨੇ ਕਿ ਅਸੀਂ ਫੀਸ ਆਫਟਰ ਵੀਜ਼ਾ ਪੈਕੇਜ ਕਰ ਲਈਏ, ਤਾਂ ਉਸਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਤਾਂ ਜ਼ਰੂਰ ਗੱਲ ਹੋਏਗੀ ਨਾ ਕਿ ਪੇਰੈਂਟਸ ਨੂੰ ਜਾਂ ਸਟੂਡੈਂਟਸ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੀ ਚਾਹੀਦਾ ਹੈ
ਕਿਉਂਕਿ ਬਹੁਤ ਸਾਰੇ ਕੇਸਿਸ ਵਿੱਚ ਅਸੀਂ ਦੇਖਦੇ ਹਾਂ ਕਿ ਇਸੇ ਇਹੋ ਜਿਹੇ ਪ੍ਰੋਫਾਈਲਸ ਦੇ ਵਿੱਚ ਹੀ ਜੋ ਹੈ ਠੱਗੀ ਵੀ ਹੋ ਜਾਂਦੀ ਹੈ, ਬਚਾਉਂਦੇ ਆਪਣਾ ਪੈਸੇ ਦਾ ਨੁਕਸਾਨ ਹੋ ਜਾਂਦਾ ਹੈ। ਕਿਹੜੀ ਗੱਲਾਂ ਦਾ ਧਿਆਨ ਰੱਖਣ? ਜੀ ਬਿਲਕੁਲ ਨੋ ਪ੍ਰੋਬਲਮ। ਜੇ ਕੋਈ ਸਟੂਡੈਂਟ ਇਹ ਚਾਹੁੰਦਾ ਕਿ ਅਸੀਂ ਫੀਸ ਆਪਣੀ ਵੀਜ਼ੇ ਤੋਂ ਬਾਅਦ ਦਈਏ ਤੇ ਕੋਈ ਪ੍ਰੋਬਲਮ ਨਹੀਂ ਹੈ, ਕਾਫੀ ਇਦਾਂ ਦੇ ਸਾਡੇ ਕੋਲ ਆਪਸ਼ਨਸ ਹੈਗੇ ਨੇ, ਲੇਕਿਨ ਪ੍ਰੋਫਾਈਲ ਟੂ ਪ੍ਰੋਫਾਈਲ ਵੇਰੀ ਕਰਦਾ ਹੈ। ਕੁਝ ਇਦਾਂ ਦੀ ਯੂਨੀਵਰਸਿਟੀਜ਼ ਹੁੰਦੀਆਂ ਨੇ ਜਿੱਥੇ ਸਾਡੇ ਨਹੀਂ ਟਾਈ ਅਪ ਹੈਗੇ ਨੇ, ਸਾਨੂੰ ਪ੍ਰੋਪਰ ਫੀਸ ਪੇ ਕਰਕੇ ਸਾਰੀਆਂ ਐਡਮਿਸ਼ਨਸ ਮਿਲਣਗੀਆਂ ਤੇ ਉੱਥੇ ਕਰਨਾ ਪਊਗਾ। ਡਿਪੈਂਡ ਕਰਦਾ ਤੁਹਾਡਾ ਪ੍ਰੋਫਾਈਲ ਕਿਹੋ ਜਿਹਾ। ਕੁਝ ਇਦਾਂ ਦੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਹੈਗੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਵੇਵ ਆਫ ਫੀਸ ਦੀ ਵੀਜ਼ਾ ਤੋਂ ਪਹਿਲੇ ਲੈ ਲੈਂਦੇ, ਜੇ ਪ੍ਰੋਫਾਈਲ ਅੱਛਾ ਹੈਗਾ ਕਿ ਫੀਸ ਤੁਸੀਂ ਵੀਜ਼ੇ ਤੋਂ ਬਾਅਦ ਪੇ ਕਰ ਦਿਓ। ਸੋ ਇਦਾਂ ਦੇ ਕਾਫੀ ਆਪਸ਼ਨਸ ਹੈਗੇ ਨੇ। ਜੇ ਤੁਹਾਨੂੰ ਇਦਾਂ ਦਾ ਕੋਈ ਵੀ ਡਾਊਟ ਹੈਗਾ ਕਿ ਫੀਸ ਅਸੀਂ ਪਹਿਲਾਂ ਦੇਣੀ ਜਾਂ ਬਾਅਦ ਚੋਂ ਦੇਣੀ, ਤੁਸੀਂ ਆਫਿਸ ਆ ਕੇ ਮਿਲ ਸਕਦੇ ਹੋ। ਦੋਨੋਂ ਤਰੀਕੇ ਨਾਲ ਸਾਡੇ ਕੋਲ ਆਪਸ਼ਨਸ ਹੈਗੇ ਨੇ। ਜਿਹੜਾ ਵੀ ਤੁਹਾਨੂੰ ਆਪਸ਼ਨ ਵਧੀਆ ਲੱਗਦਾ ਤੁਸੀਂ ਉਹਦੇ ਲਈ ਪ੍ਰੋਸੀਡ ਕਰ ਸਕਦੇ ਹੋ। ਇੱਥੇ ਕੋਈ ਵੀ ਤੁਹਾਨੂੰ ਉਹ ਨਹੀਂ ਫੋਰਸਫੁਲੀ ਕੁਝ ਨਹੀਂ ਹੈਗਾ ਕਿ ਤੁਸੀਂ ਇਹੀ ਆਪਸ਼ਨ ਲਵੋ। ਦੋਨੋਂ ਤਰੀਕੇ ਦੇ ਆਪਸ਼ਨਸ ਦੀ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ ਸਾਡੇ ਆਫਿਸ ਦੇ ਵਿੱਚ ਆ ਕੇ। ਸੋ ਜਿਹੜੇ ਦੋਨਾਂ ਚੋਂ ਆਪਸ਼ਨ ਤੁਹਾਨੂੰ ਵਧੀਆ ਲੱਗਣਗੇ ਤੁਸੀਂ ਆਪਣੇ ਮਨ ਦੇ ਨਾਲ ਉੱਤੇ ਪ੍ਰੋਸੀਡ ਕਰ ਸਕਦੇ। ਜੀ ਆਪਾਂ ਜਿੱਥੇ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ ਤੇ ਇੱਥੇ ਜ਼ਰੂਰ ਇਹ ਵੀ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਕਾਲਜਸ ਜਾਂ ਯੂਨੀਵਰਸਿਟੀਜ਼ ਨਾਲ ਤੁਹਾਡੇ ਟਾਈਪਸ ਨੇ ਤਾਂ ਕਿ ਸਟੂਡੈਂਟਸ ਨੂੰ ਪੂਰਾ ਡਿਟੇਲ 'ਚ ਪਤਾ ਚੱਲ ਸਕੇ। ਜੀ ਬਿਲਕੁਲ ਹਰਜੋਤ ਮੈਮ, ਹੁਣ ਜਿਹੜੇ ਵੀ ਸਟੂਡੈਂਟਸ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ, ਇੱਕ ਗੱਲ ਜ਼ਰੂਰ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਲੈਵਲ 1 ਦੇ ਯੂਨੀਵਰਸਿਟੀਜ਼ ਐਂਡ ਕਾਲਜਸ ਦੇ ਨਾਲ ਹੀ ਸਟਾਰ ਫਿਊਚਰ ਐਜੂਕੇਸ਼ਨ ਡੀਲ ਕਰਦਾ ਆ। ਕਿਉਂਕਿ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਹੈਗਾ ਉਹ ਸਿਰਫ ਲੈਵਲ 1 ਦੇ ਕੋਰਸਿਸ ਔਰ ਲੈਵਲ 1 ਦੇ ਯੂਨੀਵਰਸਿਟੀ ਐਂਡ ਕਾਲਜਸ ਦੇ ਵਿੱਚ ਹੀ ਹੈਗਾ ਆ। ਔਰ ਇੱਥੇ ਬਜਟ ਵੀ ਜਿਹੜਾ ਸਟੂਡੈਂਟ ਦਾ ਹੈਗਾ ਕੋਈ ਜ਼ਿਆਦਾ ਨਹੀਂ ਹੈ। 1 ਸਾਲ ਦੀ ਫੀਸ ਦੇ ਨਾਲ ਅੰਬੈਸੀ ਫੀਸ ਔਰ ਇੰਸ਼ੋਰੈਂਸ ਐਂਡ ਮੈਡੀਕਲ ਪਾ ਕੇ, ਕਿਉਂਕਿ ਦੇਖੋ ਕੈਨੇਡਾ ਦੇ ਵਿੱਚ ਤੁਹਾਡੇ GIC ਜਾਂਦੀ ਹੈ, ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਨੇ, ਲੇਕਿਨ ਇੱਥੇ ਇੱਦਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਹੁਣ ਕਈ ਸਟੂਡੈਂਟ ਇੱਦਾਂ ਦੇ ਹੁੰਦੇ ਨੇ ਕਿ ਫੰਡਸ ਦੇ ਨਾਂ ਤੇ ਉਹਨਾਂ ਕੋਲ ਪਹਿਲੇ ਪੈਸੇ ਲੈ ਲਿੱਤੇ ਜਾਂਦੇ ਨੇ ਕਿ ਇੰਨੇ ਫੰਡਸ ਸ਼ੋਅ ਕਰਨੇ ਪੈਣਗੇ, ਇੰਨੇ ਪੈਸੇ ਲੱਗਦੇ ਹੈਗੇ ਨੇ, ਇੰਨਾ ਸਾਰੀਆਂ ਚੀਜ਼ਾਂ ਵੈਰੀਫਾਈ ਕਰਾਉਣੀਆਂ ਹੁੰਦੀਆਂ ਨੇ। ਤਾਂ ਉਹ ਚੀਜ਼ਾਂ ਤੇ ਤੁਹਾਨੂੰ ਬੇਵਕੂਫ ਬਣਨ ਦੀ ਜ਼ਰੂਰਤ ਨਹੀਂ ਹੈ। ਕੋਈ ਤੁਹਾਨੂੰ ਫੰਡਸ ਦੇ ਨਾਂ ਤੇ ਅਲੱਗ ਤੋਂ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜੇ ਦੇਖੋ ਤੁਹਾਡਾ 13-14 ਲੱਖ ਰੁਪਇਆ ਬਜਟ ਹੈਗਾ ਆਸਟ੍ਰੇਲੀਆ ਜਾਣ ਦਾ ਤੇ ਤੁਹਾਨੂੰ ਫੰਡਸ ਦੇ ਨਾਂ ਤੇ ਅਲੱਗ ਤੋਂ ਪੇਮੈਂਟ ਦੇਣ ਦੀ ਕੋਈ ਜ਼ਰੂਰਤ ਨਹੀਂ ਕਿਸੇ ਨੂੰ ਵੀਜ਼ਾ ਤੋਂ ਪਹਿਲਾਂ। ਸੋ ਇਹ ਚੀਜ਼ਾਂ ਤੇ ਕਿਤੇ ਨਾ ਕਿਤੇ ਸਟਾਰ ਫਿਊਚਰ ਇਮੀਗ੍ਰੇਸ਼ਨ ਤੁਹਾਡੀ ਜ਼ਰੂਰ ਮਦਦ ਕਰਦਾ ਆ। ਸੋ ਜੇ ਤੁਹਾਡੇ ਕੋਲ ਲੱਗਦਾ ਕਿ ਪ੍ਰੋਪਰ ਫੰਡ ਸਾਡੇ ਕੋਲ 18 ਤੋਂ 20 ਲੱਖ ਰੁਪਇਆ ਨਹੀਂ ਸ਼ੋ ਕਰਨ ਦਾ ਹੈਗਾ ਆ ਇਸ ਟਾਈਮ, ਕੋਈ ਪ੍ਰੋਬਲਮ ਨਹੀਂ ਹੈ ਜੀ, ਤੁਹਾਡੇ ਕੋਲ ਫੀਸ ਤਾਂ ਜ਼ਰੂਰ ਹੋਊਗੀ। ਘਰ ਦੇ ਵਿੱਚ ਬਲੱਡ ਰਿਲੇਸ਼ਨ ਦੇ ਵਿੱਚ ਦੇਖੋ ਦਾਦਾ ਦਾਦੀ ਜਾਂ ਬੂਆ ਹੋਰ ਵੀ ਬਹੁਤ ਰਿਲੇਟਿਵਸ ਹੁੰਦੇ ਨੇ, ਵੱਡੀ ਫੈਮਿਲੀ ਹੁੰਦੀ ਹੈ। ਸੋ ਅਸੀਂ ਉਹ ਚੀਜ਼ਾਂ ਬਹਿ ਕੇ ਸੌਰਟ ਆਊਟ ਜੈਨੂਇਨ ਤਰੀਕੇ ਦੇ ਨਾਲ ਕਰਦੇ ਤਾਂ ਕਿ ਤੁਹਾਨੂੰ ਲੱਖ 1.5 ਲੱਖ ਰੁਪਇਆ ਅਨਨੈਸੈਸਰੀਲੀ ਫੰਡਸ ਦੇ ਨਾਂ ਤੇ ਪੇ ਕਰਨ ਦੀ ਜ਼ਰੂਰਤ ਨਾ ਪਵੇ। ਸੋ ਇਦਾਂ ਦਾ ਬਿਲਕੁਲ ਮਿਥ ਹੈਗਾ ਜੀ ਸਟੂਡੈਂਟ ਦੇ ਆਪਣੇ ਅਕਾਊਂਟ 'ਚ ਫੰਡਸ ਹੋਣੇ ਚਾਹੀਦੇ ਨੇ, ਸਟੂਡੈਂਟ ਦਾ ਅਕਾਊਂਟ ਖੁੱਲੂਗਾ, ਸਟੂਡੈਂਟ ਪੈਸੇ ਪੇ ਕਰੂਗਾ, ਉਹਨੂੰ ਆਪਣੇ ਫੰਡ ਸ਼ੋ ਕਰਨ ਦੀ ਜ਼ਰੂਰਤ ਹੈ ਨਹੀਂ ਜੀ। ਬਲੱਡ ਰਿਲੇਸ਼ਨ ਦੇ ਵਿੱਚ ਕੋਈ ਵੀ ਫੰਡ ਜਿਹੜਾ ਸ਼ੋ ਕਰ ਸਕਦਾ ਆ ਜੀ। ਸੋ ਇਹ ਬਹੁਤ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਤੇ ਲੋਕ ਅਕਸਰ ਠੱਗੀ ਦਾ ਸ਼ਿਕਾਰ ਬਣਦੇ ਨੇ। ਸੋ ਸਾਡੀ ਹੰਬਲ ਰਿਕੁਐਸਟ ਹੈ, ਜਿਹੜੇ ਸਟੂਡੈਂਟਸ ਦਾ ਬਜਟ ਹੈਗਾ 13-14 ਲੱਖ ਰੁਪਇਆ, ਆਸਟ੍ਰੇਲੀਆ ਜਾਣਾ ਚਾਹੁੰਦਾ ਆ, 1 ਸਾਲ ਦੀ ਫੀਸ ਦੇ ਸਕਦਾ ਆ, ਪ੍ਰੋਪਰ ਤਰੀਕੇ ਨਾਲ ਆਪਣਾ ਸਾਰੀਆਂ ਚੀਜ਼ਾਂ ਕਰ ਸਕਦਾ ਤੇ ਉਹਨੂੰ ਅਨਨੈਸੈਸਰੀਲੀ ਹੋਰ ਪੈਸੇ ਪੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜੇ ਅਸੀਂ ਗੈਪ ਦੀ ਗੱਲ ਕਰਦੇ ਤੇ ਗੈਪ ਦੇ ਨਾਂ ਤੇ ਤੁਹਾਨੂੰ ਕੋਈ ਵੀ ਅਨਨੈਸੈਸਰੀਲੀ ਡਿਪਲੋਮਾਸ ਜਾਂ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਦੇਖੋ ਵੀਜ਼ਾ ਆਫਿਸਰਸ ਬੜੇ ਕਲੀਅਰ ਹੁੰਦੇ ਨੇ, ਉਹਨਾਂ ਨੂੰ ਜੇ ਤੁਸੀਂ ਸੱਚ ਦੱਸੋਗੇ, ਓਨੈਸਟੀ ਇਜ਼ ਦ ਬੈਸਟ ਪਾਲਿਸੀ, ਔਰ ਉਹੀ ਰੂਲ ਨੂੰ ਉਹ ਫੋਲੋ ਕਰਦੇ ਨੇ। ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਆਪਣਾ ਗੈਪ ਜਸਟੀਫਾਈ ਕਰਦੇ ਹੋ ਉਹਨਾਂ ਨੂੰ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ, ਹੁਣ ਤੁਸੀਂ ਕੀ ਕਰਨਾ ਚਾਹੁੰਦੇ ਹੋ, ਉੱਥੇ ਜਾ ਕੇ ਤੁਸੀਂ ਕੀ ਕਰਨਾ, ਆਪਣੀ ਕੰਟਰੀ 'ਚ ਵਾਪਸ ਆਉਣਾ ਹੈਗਾ, ਆਪਣੇ ਪੜ੍ਹਨ ਤੋਂ ਬਾਅਦ ਪ੍ਰੋਪਰ SOP ਦੇ ਵੀ ਸਭ ਕੁਝ ਮੈਂਸ਼ਨ ਹੁੰਦਾ। ਕਿਉਂਕਿ ਆਸਟ੍ਰੇਲੀਅਨ ਹਾਈ ਕਮਿਸ਼ਨ ਤੁਹਾਨੂੰ ਪਤਾ ਹੋਊਗਾ ਕਈ ਲੋਕ ਫੌਜਰੀ ਡਾਕੂਮੈਂਟਸ ਤੇ ਆਸਟ੍ਰੇਲੀਆ ਪਹੁੰਚ ਵੀ ਗਏ ਤੇ ਉੱਥੋਂ ਉਹਨਾਂ ਨੂੰ ਵਾਪਸ ਡਿਪੋਰਟ ਕੀਤਾ ਗਿਆ। ਸੋ ਇਹ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਪਊਗੀਆਂ। ਕਦੀ ਵੀ ਇਦਾਂ ਦੇ ਗੱਲਾਂ ਦੇ ਵਿੱਚ ਬਿਲਕੁਲ ਵੀ ਨਾ ਹੋ, ਜੈਨੂਇਨ ਤਰੀਕੇ ਨਾਲ ਆਪਣਾ ਕੇਸ ਅਪਲਾਈ ਕਰੋ, ਕਿਉਂਕਿ ਆਸਟ੍ਰੇਲੀਅਨ ਹਾਈ ਕਮਿਸ਼ਨ ਸਕਸੈਸ ਰੇਟ ਜੇ ਜ਼ਿਆਦਾ ਹੈਗਾ ਤੇ ਸਟ੍ਰਿਕਨੈਸ ਵੀ ਉਨੀ ਹੀ ਹੋ ਗਈ ਹੈ। ਲੇਕਿਨ ਸਟਾਰ ਫਿਊਚਰ ਇਮੀਗ੍ਰੇਸ਼ਨ ਦਾ ਵਾਅਦਾ ਹੈ ਕਿ ਤੁਹਾਡੀ ਪੈਨੀ ਵੀ ਵੇਸਟ ਨਹੀਂ ਹੋਣ ਦੇਵਾਂਗੇ। ਰਿਜ਼ਲਟ ਆਊਗਾ ਤੇ ਬਹੁਤ ਵਧੀਆ। 1% ਦੇਖੋ ਜੇ ਨਹੀਂ ਰਿਜ਼ਲਟ ਮਿਲਦਾ ਤੇ ਤੁਹਾਡੀ ਅੰਬੈਸੀ ਫੀਸ ਜਾਂ ਮੈਡੀਕਲ ਤੋਂ ਇਲਾਵਾ ਤੁਹਾਡਾ ਕੋਈ ਵੀ ਨੁਕਸਾਨ ਹੈ ਜਿਹੜਾ ਸਟਾਰ ਫਿਊਚਰ ਇਮੀਗ੍ਰੇਸ਼ਨ ਦੇ ਵਿੱਚ ਨਹੀਂ ਹੋਊਗਾ। ਜੀ ਬਿਲਕੁਲ। ਸੋ ਤੁਸੀਂ ਵੀ ਅਗਰ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਲਗਾਤਾਰ ਜੋ ਹੈ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਸਹੀ ਸਲਾਹ ਤੁਹਾਨੂੰ ਦਿੱਤੀ ਜਾਂਦੀ ਹੈ ਤਾਂ ਕਿ ਸਟੂਡੈਂਟਸ ਜੋ ਜਿੱਤੇ ਕਿਤੇ ਵੀ ਗੁੰਮਰਾਹ ਨਾ ਹੋਣ, ਸਹੀ ਰਸਤੇ ਤੇ ਚੱਲਦੇ ਹੋਏ ਹੀ ਆਪਣਾ ਸਟੱਡੀ ਵੀਜ਼ਾ ਜੋ ਹੈ ਲੈ ਸਕਣ। ਜੇਕਰ ਤੁਸੀਂ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਚਾਹੋ ਤਾਂ ਮੋਹਾਲੀ ਦੇ ਵਿੱਚ ਸੈਕਟਰ 70 ਦੇ ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ। ਹਰ ਵਾਰ ਮੈਂ ਕਹਿੰਦੀ
ਚਾਹੁੰਦੀ ਹਾਂ ਕਿ ਆਪਣੇ ਪੇਰੈਂਟਸ ਨੂੰ ਵੀ ਜ਼ਰੂਰ ਨਾਲ ਲੈ ਕੇ ਜਾਓ ਤਾਂ ਕਿ ਉਹ ਵੀ ਹਰ ਚੀਜ਼ ਨੂੰ ਸਮਝ ਸਕਣ ਤੇ ਸਹੀ ਡਿਸੀਜਨ ਜੋ ਹੈ ਤੁਸੀਂ ਲੈ ਸਕੋ। ਤੇ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜੋ ਕਿ ਪਿਛਲੇ 8-9 ਸਾਲਾਂ ਤੋਂ ਜੋ ਹੈ ਆਪਣੀ ਸਰਵਿਸਿਜ਼ ਦੇ ਰਹੇ ਨੇ ਸਟੂਡੈਂਟਸ ਨੂੰ, ਔਰ ਉਹਨਾਂ ਦੀ ਗਾਈਡੈਂਸ ਦੇ ਨਾਲ ਕਈ ਸਟੂਡੈਂਟਸ ਜੋ ਨੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੇ ਨੇ। ਤੇ ਇੱਥੇ ਮੈਂ ਜ਼ਰੂਰ ਤੁਹਾਡੇ ਤੋਂ ਜ਼ਿਕਰ ਕਰਨਾ ਚਾਹਾਂਗੀ ਕਿ ਜਿਵੇਂ ਆਸਟ੍ਰੇਲੀਆ ਦੀ, ਆਪਾਂ ਕਿਸੇ ਵੀ ਕੰਟਰੀ ਦੀ ਜਦ ਗੱਲ ਕਰਦੇ ਹਾਂ, ਇੱਕ ਹੁੰਦਾ ਕਿ ਸਟੂਡੈਂਟਸ ਦੀ ਆਪਣੀ ਪ੍ਰੈਫਰੈਂਸ ਹੁੰਦੀ ਹੈ ਕਿ ਅਸੀਂ ਫਲਾਣੀ ਥਾਂ ਫਲਾਣੇ ਕਾਲਜ ਵਿੱਚ ਜਾਣਾ। ਤਾਂ ਜਿਵੇਂ ਐਜ਼ ਅ ਕੰਸਲਟੈਂਟ ਤੁਸੀਂ ਸਟੂਡੈਂਟ ਨੂੰ ਕੋਈ ਸਲਾਹ ਦਿੰਦੇ ਹੋ, ਕਿਉਂਕਿ ਪ੍ਰੋਫਾਈਲ ਦੇ ਅਕੋਰਡਿੰਗਲੀ ਵੀ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ, ਤਾਂ ਉਸ ਚੀਜ਼ ਨੂੰ ਲੈ ਕੇ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਸਟੂਡੈਂਟਸ ਨੂੰ ਬਿਲਕੁਲ ਕਲੀਅਰ ਕੱਟ ਤਰੀਕੇ ਨਾਲ ਇਸ ਸ਼ੋਅ ਦੇ ਵਿੱਚ ਵੀ ਮੈਂ ਕਹਿਣਾ ਚਾਹੁੰਦੀ ਹਾਂ, ਜਿਹੜੇ ਤੇ 20 ਕੀ ਪਾਸ ਆਊਟ ਸਟੂਡੈਂਟ ਹੈਗੇ ਨੇ, ਉਹਨਾਂ ਦੇ 5.5 ਜਾਂ 6 ਬੈਂਡ ਹੈਗੇ ਨੇ, ਜੇ ਉਹ ਆਪਣੀ ਪ੍ਰੈਫਰੈਂਸ ਰੱਖਦੇ ਨੇ ਤੇ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਦੇਖੋ, ਜੇ ਗੈਪ ਵਾਲੇ ਸਟੂਡੈਂਟਸ ਹੈਗੇ ਨੇ ਜਾਂ 18-19 ਪਾਸ ਆਊਟ ਹੈ ਜਾਂ 19-20 ਪਾਸ ਆਊਟ ਹੈਗੇ ਨੇ, 5.5 ਜਾਂ 6 ਬੈਂਡ ਹੈਗੇ ਨੇ, ਐਦਾਂ ਦੇ ਸਟੂਡੈਂਟਸ ਪਲੀਜ਼ ਆਪਣੀ ਪ੍ਰੈਫਰੈਂਸ ਬਿਲਕੁਲ ਨਾ ਰੱਖਣ। ਸਾਨੂੰ ਹੁੰਦਾ ਕਿ ਅਸੀਂ 3-4 ਜਗ੍ਹਾ ਤੋਂ ਅਪਲਾਈ ਕਰਦੇ ਹਾਂ, ਜਿੱਥੇ ਸਾਨੂੰ ਲੱਗਦਾ ਹੈ ਕਿ ਵੀਜ਼ਾ ਆਉਣ ਦੇ ਚਾਂਸਿਸ ਜ਼ਿਆਦਾ ਹੈਗੇ ਨੇ, ਤੇ ਉਸ ਆਫਰ ਲੈਟਰ ਦੇ ਨਾਲ ਤੇ ਉਸ ਚੀਜ਼ ਦੇ ਨਾਲ ਅਸੀਂ ਅੱਗੇ ਕੇਸ ਪ੍ਰੋਸੀਡ ਕਰ ਦਿੰਦੇ ਹਾਂ। ਕਿਉਂਕਿ ਐਂਡ ਆਫ ਦਾ ਡੇ ਸਾਡੀ ਜਿਹੜੀ ਇੰਟੈਂਸ਼ਨ ਇਹੀ ਹੁੰਦੀ ਹੈ ਕਿ ਤੁਹਾਡਾ ਸਕਸੈਸ ਰੇਟ 99% ਹੋਵੇ। ਜਦੋਂ ਅਸੀਂ ਐਮਬੈਸੀ ਦੇ ਵਿੱਚ ਫਾਈਲ ਲਗਾਈਏ, ਤੁਹਾਡੇ ਸਾਰੇ ਡਾਕੂਮੈਂਟੇਸ਼ਨ ਪੂਰੀ ਹੋਵੇ, ਜੋ ਵੀ ਰਿਕੁਆਇਰਮੈਂਟਸ ਹੈਗੀਆਂ ਨੇ ਐਮਬੈਸੀ ਦੀਆਂ ਜਾਂ ਯੂਨੀਵਰਸਿਟੀ ਦੀਆਂ ਜਾਂ ਕਾਲਜ ਦੀਆਂ, ਉਹ ਫਿਲ ਹੋਣ। ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਬੜਾ ਧਿਆਨ ਦੇ ਵਿੱਚ ਰੱਖਦੇ ਹਾਂ। ਸੋ ਬੈਟਰ ਹੈ ਤੁਸੀਂ ਆਪਣੀ ਪ੍ਰੈਫਰੈਂਸ ਕੁਛ ਨਾ ਰੱਖੋ, ਕਿਉਂਕਿ ਬਹੁਤ ਇਹੋ ਜਿਹੇ ਸਟੂਡੈਂਟ ਹੁੰਦੇ ਨੇ ਹਰਜੋਤ ਮੈਮ, ਜਿਹੜੇ ਕਹਿੰਦੇ ਨੇ ਅਸੀਂ ਮੈਲਬਨ ਜਾਣਾ, ਸਿਡਨੀ ਜਾਣਾ, ਲੇਕਿਨ ਪ੍ਰੋਫਾਈਲ ਉਹਨਾਂ ਦਾ ਨਹੀਂ ਮੈਚ ਕਰਦਾ। ਤੇ ਸਾਨੂੰ ਉਹਨਾਂ ਨੂੰ ਥੋੜ੍ਹੀਆਂ ਆਊਟਰ ਸਟੇਟਸ ਦੇ ਵਿੱਚ ਐਡਮਿਸ਼ਨ ਦੇਣੀ ਪੈਂਦੀ ਹੈ, ਜਿਹਦੇ ਵਿੱਚ ਵੀਜ਼ਾ ਆਉਣ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਸੋ ਇਹ ਚੀਜ਼ ਸਟੂਡੈਂਟ ਨੂੰ ਸਮਝਣੀ ਪਊਗੀ। ਇੱਕ ਵਾਰੀ ਵੀਜ਼ਾ ਗ੍ਰਾਂਟ ਹੋ ਜੇ ਔਨ ਸ਼ੋਰ, ਉੱਥੇ ਜਾ ਕੇ ਤੁਸੀਂ ਉੱਥੇ ਆਪਣੇ ਕੋਰਸਿਸ ਜਾਂ ਕਾਲਜਿਸ ਕੁਝ ਚੇਂਜ ਕਰਨੇ ਲਈ ਲੀਗਲ ਤਰੀਕੇ ਨਾਲ, ਪ੍ਰੋਪਰ ਤਰੀਕੇ ਨਾਲ ਆਪਣੀ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਦੇ ਤੇ ਤੁਸੀਂ ਕਰ ਸਕਦੇ ਹੋ, ਉਹ 'ਚ ਤੁਹਾਨੂੰ ਕੋਈ ਮਨਾਹੀ ਨਹੀਂ ਹੈਗੀ ਹੈ। ਸੋ ਲੇਕਿਨ ਪਹਿਲਾਂ ਕੇਸ ਤੋਂ ਪਹਿਲਾਂ ਆਪਣੀ ਪ੍ਰੈਫਰੈਂਸ ਕੋਈ ਨਾ ਰੱਖਣ ਜਿਨ੍ਹਾਂ ਦਾ ਗੈਪ ਹੈ ਸਪੈਸ਼ਲੀ ਜਾਂ ਬੈਂਡ ਘੱਟ ਹੈ। ਜਿਹੜੇ 20 ਕੀ ਪਾਸ ਆਊਟ ਸਟੂਡੈਂਟ ਹੈਗੇ ਨੇ, ਡੈਫੀਨੇਟਲੀ ਉਹ ਆਪਣੀ ਪ੍ਰੈਫਰੈਂਸ ਰੱਖ ਸਕਦੇ ਨੇ, ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਹੈ। ਜੀ, ਤੁਸੀਂ ਬੈਂਡਸ ਦੀ ਗੱਲ ਕੀਤੀ ਹੈ, ਤੇ ਇੱਥੇ ਆਪਾਂ ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕਿੰਨਾ ਚਾਹੀਦਾ ਹੈ ਆਇਲ ਸਕੋਰ, ਤਾਂ ਕਿ ਸਟੂਡੈਂਟਸ ਇਸ ਨੂੰ ਸਮਝ ਸਕਣ। ਕਈ ਵਾਰੀ ਧੱਕੇ ਨਾਲ ਨਾ ਸਟੂਡੈਂਟਸ ਕਹਿੰਦੇ ਹੁਣ ਮੇਰਾ ਹੈ ਜੀ, ਜਿਵੇਂ ਕਰਕੇ ਇਸ ਬੈਂਡ ਸਕੋਰ ਤੇ ਮੇਰੀ ਫਾਈਲ ਲਗਾ ਦਿਓ, ਤੇ ਉਸ ਦੇ ਨਾਲ ਕੀ ਹੈ, ਗਲਤੀ ਜਾਂ ਸਟੂਡੈਂਟਸ ਦੀ ਆਪਾਂ ਕਹਿ ਲਈਏ ਤੇ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈਂਦਾ, ਟਾਈਮ ਵੇਸਟ ਹੁੰਦਾ ਉਹਨਾਂ ਦਾ। ਬਿਲਕੁਲ, ਦੇਖੋ ਜੇ ਆਸਟ੍ਰੇਲੀਆ ਵਾਸਤੇ ਬੈਂਡ ਰਿਕੁਆਇਰਮੈਂਟ ਦੀ ਗੱਲ ਕਰੀਏ ਤੇ 5.5 ਬੈਂਡ ਨਾਟ ਲੈਸ ਦੈਨ 5.5 ਹੋਣੇ ਚਾਹੀਦੇ ਨੇ। ਜੇ ਕਿਸੇ ਦੇ 4 ਜਾਂ 4.5 ਬੈਂਡ ਹੈਗੇ ਨੇ, ਬੈਟਰ ਉਹ ਆਇਲਸ ਰਿਪੀਟ ਕਰ ਲੇ, ਬਟ ਨਾਟ ਲੈਸ ਦੈਨ 5.5, ਕਿਉਂਕਿ ਪਹਿਲਾਂ ਕੁਝ ਰਿਜ਼ਲਟ ਸਾਨੂੰ ਮਿਲੇ ਨੇ ਘੱਟ ਪੀਟੀ ਸਕੋਰ ਤੇ ਵੀ, ਆਇਲਸ ਦੇ ਸਕੋਰ ਤੇ ਵੀ। ਲੇਕਿਨ ਹੁਣ ਜਿੱਦਾਂ ਟਾਈਮ ਬੀਤਦਾ ਜਾ ਰਿਹਾ, ਆਸਟ੍ਰੇਲੀਆ ਕਾਫੀ ਵੀਜ਼ਾ ਗ੍ਰਾਂਟ ਕਰ ਰਿਹਾ, ਤੇ ਉਸ ਤਰੀਕੇ ਨਾਲ ਅੱਜ ਦੇ ਜੇ ਅਸੀਂ ਮਾਹੌਲ ਨੂੰ ਦੇਖੀਏ, ਜਿੱਥੇ ਐਮਬੈਸੀ 'ਚ ਇੰਨਾ ਰਸ਼ ਹੈਗਾ, ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬੈਂਡ ਦੀ ਜਿਹੜੀ ਰਿਕੁਆਇਰਮੈਂਟ ਹੈ ਨਾਟ ਲੈਸ ਦੈਨ 5.5 ਹੋਣੀ ਚਾਹੀਦੀ ਹੈ, ਐਂਡ ਓਵਰਆਲ 5.5 ਹੋਣੀ ਚਾਹੀਦੀ ਹੈ। ਜੀ ਬਿਲਕੁਲ, ਇਹਨਾਂ ਚੀਜ਼ਾਂ ਨੂੰ, ਬੇਸਿਕ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵਾਰੀ ਅਸੀਂ ਸੁਣੀ ਸੁਣਾਈ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਕਰ ਲੈਂਦੇ ਹਾਂ ਤੇ ਆਪਣੀ ਪ੍ਰੋਫਾਈਲ ਨਹੀਂ ਦੇਖਦੇ ਅਸੀਂ ਕਿ ਐਲੀਜੀਬਲ ਹੈ ਕਿ ਨਹੀਂ ਹੈ। ਸੋ ਸਭ ਤੋਂ ਪਹਿਲਾ ਸਟੈਪ ਇਹ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਕਿ ਤੁਸੀਂ ਸਾਰੀ ਰਿਕੁਆਇਰਮੈਂਟਸ ਨੂੰ ਫੁਲਫਿਲ ਕਰ ਪਾ ਰਹੇ ਹੋ ਕਿ ਨਹੀਂ ਕਰ ਪਾ ਰਹੇ ਹੋ, ਉਸ ਤੋਂ ਬਾਅਦ ਹੀ ਅੱਗੇ ਵਧੋ। ਕਿਉਂਕਿ ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਹੈ ਉਸ ਦੇ ਅਕੋਰਡਿੰਗਲੀ ਅੱਜ ਕੱਲ੍ਹ ਅਸੀਂ ਇਹ ਦੇਖਦੇ ਕਿ ਇੱਕ ਟਾਈਮ ਹੁੰਦਾ ਸੀ ਕਿ ਬਹੁਤ ਘੱਟ ਜਿਹੀਆਂ ਆਪਸ਼ਨਸ ਹੁੰਦੀਆਂ ਸੀ। ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖਿਆ ਕਿ ਜਿਸ ਤਰ੍ਹਾਂ ਦੀ ਵੀ ਪ੍ਰੋਫਾਈਲ ਹੈ ਉਸ ਲਈ ਉਸ ਤਰ੍ਹਾਂ ਦੀ ਆਪਸ਼ਨ ਅਵੇਲੇਬਲ ਹੈ। ਬਿਲਕੁਲ ਜੀ, ਤੇ ਇੱਥੇ ਆਪਾਂ ਹੁਣ ਅੱਗੋਂ ਥੋੜਾ ਜਿਹਾ ਮੈਂ ਚਾਹੂੰਗੀ ਜਾਣਨਾ, ਜੋ ਮੈਂ ਕੈਨੇਡਾ ਬਾਰੇ ਹੁਣ ਗੱਲ ਕਰਨਾ ਚਾਹੂੰਗੀ ਕਿ ਆਪਾਂ ਪਹਿਲਾਂ ਦੇਖਿਆ ਕਿ ਬਹੁਤ ਰਿਫਿਊਜ਼ਲ ਰੇਟ ਸੀ, ਤੇ ਉਸ ਤੋਂ ਬਾਅਦ ਸਟੂਡੈਂਟ ਜੋ ਹੈ ਆਸਟ੍ਰੇਲੀਆ ਵੱਲ ਮੂਵ ਕਰਨਾ ਸ਼ੁਰੂ ਹੋ ਗਏ ਸੀ। ਅੱਜ ਦੇ ਟਾਈਮ ਵਿੱਚ ਕੀ ਕਹੋਗੇ ਜਿਹੜੇ ਸਿਰਫ ਔਰ ਸਿਰਫ ਕੈਨੇਡਾ ਬਾਰੇ ਹੀ ਸੋਚਦੇ ਨੇ, ਉੱਥੇ ਹੀ ਅਪਲਾਈ ਕਰਨਾ ਚਾਹੁੰਦੇ? ਦੇਖੋ, ਜੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਕੋਈ ਪ੍ਰੋਬਲਮ ਨਹੀਂ ਹੈ, ਕੈਨੇਡਾ ਹੁਣ ਵੀ ਓਪਨ ਹੈ, ਸਟੂਡੈਂਟਸ ਨੂੰ ਵੀਜ਼ਾ ਦੇ ਰਿਹਾ ਹੈ। ਬਿਲਕੁਲ ਡਿਲੇ ਜ਼ਰੂਰ ਹੋ ਰਿਹਾ ਹੈ। ਸੋ ਤੁਸੀਂ ਜਿਹੜੇ ਵੀ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਸੈਪਟੰਬਰ ਇਨਟੇਕ ਦੇ ਲਈ, ਤੇ ਐਸ ਸੂਨ ਐਸ ਪੋਸੀਬਲ ਉਹ ਜ਼ਰੂਰ ਆਫਿਸ ਦੇ ਵਿੱਚ ਵਿਜ਼ਿਟ ਕਰਨ। ਕੈਨੇਡਾ ਦੇ ਵਿੱਚ ਵੀ ਇਹੀ ਹੈ ਕਿ ਨਾਟ ਓਵਰਆਲ 6 ਹੋਣਾ ਚਾਹੀਦਾ, ਨਾਟ ਲੈਸ ਦੈਨ 6 ਈਚ। ਸੋ ਨਾਟ ਲੈਸ ਦੈਨ 6 ਈਚ ਨੂੰ ਹੀ ਅਸੀਂ ਪ੍ਰੈਫਰ ਕਰ ਰਹੇ ਹਾਂ। ਜੇ ਤੁਹਾਡੇ 5.5 ਬੈਂਡ ਹੈਗੇ ਨੇ, ਨਾਟ ਲੈਸ ਦੈਨ 5.5 ਹੈਗੇ ਨੇ, ਜੇ ਤੁਸੀਂ ਕੈਨੇਡਾ ਲਈ ਮੇਰੇ ਕੋਲ ਆਉਣਾ ਚਾਹੁੰਦੇ ਹੋ, ਤੇ ਮੈਂ ਸ਼ੋਅ ਤੇ ਤੁਹਾਨੂੰ ਮਨਾ ਕਰਦੀ ਹਾਂ ਕਿ ਇਦਾਂ ਨਾ ਆਓ। ਉਸ ਤੋਂ ਬੈਟਰ ਹੈ ਫਿਰ ਮੈਂ ਤੁਹਾਨੂੰ ਆਸਟ੍ਰੇਲੀਆ ਲਈ ਐਡਵਾਈਸ ਕਰਾਂਗੀ। ਲੇਕਿਨ ਜੇ ਤੁਹਾਡੇ ਬੈਂਡ ਓਵਰਆਲ 6 ਨਾਟ ਲੈਸ ਦੈਨ 6 ਈਚ ਹੈਗੇ ਨੇ, ਤਾਂ ਕੈਨੇਡਾ ਲਈ ਤੁਹਾਡਾ ਕੇਸ ਮੋਸਟ ਵੈਲਕਮ ਹੈ। ਸੋ ਇਦਾਂ ਦੇ ਸਟੂਡੈਂਟ ਸਾਡੇ ਨਾਲ ਆ ਕੇ ਸੰਪਰਕ ਕਰ ਸਕਦੇ ਆ, ਔਰ ਐਸਡੀਐਸ ਕੈਟਾਗਰੀ ਦੇ ਵਿੱਚ ਹੀ ਅਸੀਂ ਅਪਲਾਈ ਕਰਾਂਗੇ, ਕੋਈ ਪ੍ਰੋਬਲਮ ਨਹੀਂ ਹੈ। ਜੀਆਈਸੀ ਓਪਨ ਹੋਏਗੀ, ਪ੍ਰੋਪਰ ਫੀਸ ਜਾਏਗੀ 1 ਸਾਲ ਦੀ, ਔਰ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਹੋ ਕੇ ਕੇਸ
ਯੂਐਸ ਅੰਬੈਸੀ ਦੇ ਵਿੱਚ ਲੱਗੇਗਾ। ਸੋ ਇਹ ਜਿਹੜਾ ਪ੍ਰੋਸੈਸ ਹੈ ਤੁਹਾਨੂੰ ਦੇਖਣਾ ਪਊਗਾ। ਔਰ ਕੈਨੇਡਾ ਵਾਸਤੇ ਖਾਸ ਕਰਕੇ ਕੋਰਸਿਸ ਦੀ ਜਿਹੜੀ ਰੈਲੀਵੈਂਸੀ ਹੈਗੀ ਹੈ ਉਹਦਾ ਧਿਆਨ ਜ਼ਰੂਰ ਰੱਖੋ ਕਿ ਕੋਰਸ ਹੈ ਜਿਹੜਾ ਤੁਹਾਡਾ ਰੈਲੀਵੈਂਟ ਹੋਣਾ ਚਾਹੀਦਾ। ਆਸਟ੍ਰੇਲੀਆ ਚੱਲ ਜਾਂਦਾ, ਕੋਈ ਪ੍ਰੋਬਲਮ ਨਹੀਂ ਹੈ। ਜੇ ਤੁਸੀਂ ਮੈਡੀਕਲ ਨਾਨ ਮੈਡੀਕਲ ਦੇ ਸਟੂਡੈਂਟ ਹੋ ਲੇਕਿਨ ਤੁਸੀਂ ਬਿਜ਼ਨਸ 'ਚ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਐਕਸੈਪਟ ਕਰਦਾ ਹੈ ਚੀਜ਼ ਨੂੰ ਕਿ ਕੋਈ ਵੀ ਸਟੂਡੈਂਟ ਬਿਜ਼ਨਸ ਕਰ ਸਕਦਾ ਹੈ, ਚਾਹੇ ਉਹ ਕਿਸੇ ਵੀ ਸਟਰੀਮ ਤੋਂ ਬਿਲੋਂਗ ਕਰਦਾ ਹੋਵੇ। ਲੇਕਿਨ ਕੈਨੇਡਾ ਦੇ ਵਿੱਚ ਇਹ ਚੀਜ਼ ਐਂਟਰਟੇਨ ਨਹੀਂ ਕੀਤੀ ਜਾ ਰਹੀ। ਸੋ ਕੈਨੇਡਾ ਦੇ ਵਿੱਚ ਕੋਰਸ ਦੀ ਰੈਲੀਵੈਂਸੀ ਜਿਹੜੀ ਹੈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸੋ ਉਸ ਚੀਜ਼ ਦਾ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਹੀ ਜ਼ਰੂਰੀ ਹੈ। ਸੋ ਜੇ ਤੁਸੀਂ ਸੈਪਟੰਬਰ ਇਨਟੇਕ ਵਾਸਤੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੇ ਬੈਟਰ ਐਜ਼ ਸੂਨ ਐਜ਼ ਪੋਸੀਬਲ ਆ ਕੇ ਤੁਸੀਂ ਆਪਣੀ ਆਫਰ ਲੈਟਰ ਹੈ ਜਿਹੜਾ ਉਹ ਅਪਲਾਈ ਕਰਾਓ, ਸੋ ਦੈਟ ਅਸੀਂ ਸੈਪਟੰਬਰ ਇਨਟੇਕ ਲਈ ਤੁਹਾਡਾ ਕੇਸ ਅੱਗੇ ਪ੍ਰੋਸੀਡ ਕਰ ਸਕੀਏ। ਜੀ 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 ਬਿਲਕੁਲ। ਸੋ ਮੈਨੂੰ ਉਮੀਦ ਹੈ ਕਿ ਜਿਹੜੇ ਸਟੂਡੈਂਟ ਸਾਨੂੰ ਕੈਨੇਡਾ ਬਾਰੇ ਸਵਾਲ ਕਰ ਰਹੇ ਸੀ ਤੁਹਾਨੂੰ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਗਏ ਨੇ। ਤੇ ਜਿਵੇਂ ਕਿ ਤੁਸੀਂ ਕਿਹਾ ਕਿ ਨੌਨ ਐਸਡੀਐਸ ਦਾ ਹਲੇ ਆਪਾਂ ਯਾਨੀ ਆਪਾਂ ਮੰਨ ਸਕਦੇ ਹਾਂ ਕਿ ਨੌਨ ਐਸਡੀਐਸ ਦਾ ਹਲੇ ਇੰਨਾ ਓਪਨ ਨਹੀਂ ਆਪਾਂ ਕੈਨੇਡਾ ਲਈ ਮੰਨ ਸਕਦੇ, ਸਿਰਫ ਐਸਡੀਐਸ ਦਾ ਹੀ ਸਕਸੈਸ ਰੇਟ ਮੰਨ ਸਕਦੇ ਹਾਂ ਇਸ ਸਮੇਂ। ਹਾਂਜੀ ਹਾਂਜੀ ਬਿਲਕੁਲ। ਦੇਖੋ ਨੌਨ ਐਸਡੀਐਸ ਦੇ ਵਿੱਚ ਹਲੇ ਕੁਝ ਪਤਾ ਨਹੀਂ ਕਿਉਂਕਿ ਕੈਨੇਡਾ ਐਮਬੈਸੀ 'ਚ ਇਸ ਟਾਈਮ ਇੰਨਾ ਰਸ਼ ਹੈਗਾ ਆ ਕਿ ਜਿਹਨਾਂ ਦੇ 7-7 ਬੈਂਡ ਵੀ ਸੀਗੇ ਉਹ ਵੀ ਜਿਹੜੇ ਸਟੂਡੈਂਟ ਦਾ ਹਲੇ ਰਿਜ਼ਲਟ ਪੈਂਡਿੰਗ ਹੈਗਾ ਆ। ਸੋ ਵੀ ਆਰ ਅਨਰੀਅਲਿਸਟਿਕ ਜੇ ਰਿਜ਼ਲਟਸ ਇਸ ਟਾਈਮ ਦੇਖਣ ਦੇ ਵਿੱਚ ਮਿਲ ਰਹੇ ਨੇ ਕੈਨੇਡਾ ਐਮਬੈਸੀ ਦੇ ਵਿੱਚ। ਵੀ ਆਰ ਸ਼ੋ ਅਨਸ਼ੋਰ ਕਿ ਵੀਜ਼ਾ ਆਊਗਾ ਜਾਂ ਨਹੀਂ ਆਊਗਾ, ਕਿੰਨੀ ਕੁ ਦੇਰ ਸਾਨੂੰ ਵੇਟ ਕਰਨੀ ਪਊਗੀ ਕੈਨੇਡੀਅਨ ਐਮਬੈਸੀ ਦੇ ਰਿਜ਼ਲਟ ਦੇ ਲਈ। ਸੋ ਇਹ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਤਾਂ ਹੀ ਅਸੀਂ ਕਹਿ ਰਹੇ ਕਿ ਸੈਪਟੰਬਰ ਇਨਟੇਕ ਲਈ ਦੇ ਵਿੱਚ ਤੁਸੀਂ ਹੁਣੇ ਪ੍ਰੋਸੈਸ ਸ਼ੁਰੂ ਕਰ ਦਿਓ ਤਾਂ ਹੀ ਤੁਹਾਨੂੰ ਰਿਜ਼ਲਟ ਹੈ ਜਿਹੜਾ ਉਹ ਟਾਈਮ ਤੇ ਮਿਲੂਗਾ। ਜੀ ਜੀ ਬਿਲਕੁਲ। ਤੇ ਹੋਰ ਕੋਈ ਸਵਾਲ ਹੋਵੇ ਤੁਹਾਡੇ ਮਨ ਦੇ ਵਿੱਚ ਤਾਂ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ, ਤੁਸੀਂ ਇਸ ਦੇ ਉੱਪਰ ਕਾਲ ਕਰਕੇ ਜੋ ਹੈ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ, ਸਹੀ ਗਾਈਡੈਂਸ ਲੈ ਸਕਦੇ ਹੋ ਤਾਂ ਕਿ ਤੁਸੀਂ ਜਲਦੀ ਤੋਂ ਜਲਦੀ ਟਾਈਮਲੀ ਸਹੀ ਡਿਸੀਜਨ ਲੈਂਦੇ ਹੋਏ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋ। ਇੱਕ ਤੁਸੀਂ ਹਰ ਵਾਰੀ ਜਿਸ ਦੇ ਬਾਰੇ ਖਾਸ ਜੌਬ ਐਕਸਪੀਰੀਅੰਸ ਵੀਜ਼ਾ ਬਾਰੇ ਗੱਲ ਕਰਦੇ ਹੋ ਉਸ ਨੂੰ ਲੈ ਕੇ ਤਾਂ ਹਰ ਵਾਰੀ ਸਾਡੇ ਕੋਲ ਢੇਰ ਸਾਰੇ ਸਵਾਲ ਆਉਂਦੇ, ਢੇਰ ਸਾਰੀ ਪ੍ਰੋਫਾਈਲ ਸਾਡੇ ਕੋਲ ਪਹੁੰਚਦੀਆਂ ਨੇ ਤੇ ਇਸ ਲਈ ਮੈਨੂੰ ਹਰ ਵਾਰੀ ਜ਼ਰੂਰੀ ਲੱਗਦਾ ਕਿ ਆਪਾਂ ਜ਼ਿਕਰ ਜ਼ਰੂਰ ਕਰੀਏ ਉਸ ਦਾ ਵੀ। ਤਾਂ ਮੈਂ ਜ਼ਰੂਰ ਚਾਹੂੰਗੀ ਇੱਕ ਵਾਰ ਫਿਰ ਤੋਂ ਕਿ ਆਪਾਂ ਥੋੜੀ ਜਿਹੜੇ ਸਟੂਡੈਂਟਸ ਜਾਂ ਜਿਹੜੇ ਵੀ ਸਾਡੇ ਦਰਸ਼ਕ ਪਹਿਲੀ ਵਾਰ ਇਹ ਸ਼ੋਅ ਵੇਖ ਰਹੇ ਹੋਣ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਆਖਿਰ ਕੀ ਹੈ ਜੌਬ ਐਕਸਪੀਰੀਅੰਸ ਵੀਜ਼ਾ ਤੇ ਕੌਣ-ਕੌਣ ਇਹਦੇ ਲਈ ਅਪਲਾਈ ਕਰ ਸਕਦਾ ਹੈ। ਜੀ ਬਿਲਕੁਲ। ਦੇਖੋ ਡੈਨਮਾਰਕ ਦੀ ਅਸੀਂ ਜੋ ਗੱਲ ਕਰਦੇ ਹਾਂ, ਸ਼ੈਨਗਨ ਦੀ ਅਸੀਂ ਜੇ ਗੱਲ ਕਰਦੇ ਹਾਂ ਤੇ ਸ਼ੈਨਗਨ ਦੇ ਵਿੱਚ ਜੇ ਤੁਸੀਂ ਜੌਬ ਐਕਸਪੀਰੀਅੰਸ ਵੀਜ਼ਾ ਲੈਣਾ ਚਾਹੁੰਦੇ ਹੋ, ਔਨ ਜੌਬ ਟ੍ਰੇਨਿੰਗ ਵੀਜ਼ਾ ਹੁੰਦਾ ਜੇ ਤੇ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਸੈਲਰੀ ਵੀ ਮਿਲਦੀ ਆ। ਤੇ ਇਸ ਟਾਈਮ ਇਹ ਵੀਜ਼ਾ ਦੇ ਬਹੁਤ ਅੱਛੇ ਰਿਜ਼ਲਟਸ ਜਿਹੜੇ ਆ ਰਹੇ ਨੇ। ਅੰਬੈਸੀ ਦੇ ਵਿੱਚ ਪ੍ਰੋਪਰ ਬਾਇਓਮੈਟ੍ਰਿਕਸ ਹੁੰਦੇ ਨੇ, ਪ੍ਰੋਪਰ ਤੁਹਾਨੂੰ ਔਨ ਜੌਬ ਟ੍ਰੇਨਿੰਗ ਵੀਜ਼ਾ ਮਿਲਦਾ 1 ਸਾਲ ਦਾ, ਐਜ਼ ਲੌਂਗ ਐਜ਼ ਤੁਸੀਂ ਜਿੰਨਾ ਮਰਜ਼ੀ ਉੱਥੇ ਜਾ ਕੇ ਉਹਨੂੰ ਐਕਸਟੈਂਡ ਕਰਾ ਸਕਦੇ ਹੋ। ਹੁਣ ਬਹੁਤ ਇਹੋ ਜਿਹੇ ਲੋਕ ਹੈਗੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਡਾ ਬਜਟ ਬਹੁਤ ਘੱਟ ਹੈ ਜਾਂ ਅਸੀਂ ਆਇਲਸ ਨਹੀਂ ਕਰ ਸਕਦੇ ਜਾਂ ਸਾਡੀ ਉਮਰ 26-27 ਸਾਲ ਹੋ ਚੁੱਕੀ ਆ, ਅਸੀਂ 30 ਸਾਲ ਦੇ ਹੋ ਚੁੱਕੇ ਆ, ਅਸੀਂ ਇੱਦਾਂ ਸਿੱਧਾ ਪੜ੍ਹਨ ਲਈ ਨਹੀਂ ਜਾਣਾ ਚਾਹੁੰਦੇ। ਤੇ ਉਹਨਾਂ ਐਪਲੀਕੈਂਟਸ ਲਈ ਔਨ ਜੌਬ ਟ੍ਰੇਨਿੰਗ ਵੀਜ਼ਾ ਜਿਹੜਾ ਡੈਨਮਾਰਕ ਦਾ ਸਭ ਤੋਂ ਬੈਸਟ ਆਪਸ਼ਨ ਹੈਗਾ ਆ। ਡੈਨਮਾਰਕ ਦਾ ਵੀਜ਼ਾ ਲੱਗਣਾ ਦੈਟ ਮੀਨਸ ਤੁਹਾਨੂੰ ਸ਼ੈਨਗਨ ਵੀਜ਼ਾ ਲੱਗੂਗਾ। 28 ਕੰਟਰੀਆਂ ਦੇ ਵਿੱਚ ਤੁਸੀਂ ਔਨ ਅਰਾਈਵਲ ਵੀਜ਼ਾ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਜੇ ਤੁਹਾਨੂੰ ਡੈਨਮਾਰਕ ਦਾ ਵੀਜ਼ਾ ਲੱਗੇ ਦੈਟ ਮੀਨਸ ਜਰਮਨ, ਸਪੇਨ, ਇਟਲੀ, ਲਾਤਵੀਆ, ਫਰਾਂਸ, ਤੁਸੀਂ ਕਿਤੇ ਵੀ ਪੂਰੇ ਆਲ ਓਵਰ ਯੂਰਪ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ। ਸੋ ਇਹ ਇੱਕ ਬਹੁਤ ਵੱਡਾ ਬੈਨੀਫਿਟ ਮਿਲ ਰਿਹਾ ਤੁਹਾਨੂੰ। 1.5 ਸਾਲ ਦਾ ਇੱਥੇ ਤੁਹਾਨੂੰ ਔਨ ਜੌਬ ਟ੍ਰੇਨਿੰਗ ਵੀਜ਼ਾ ਮਿਲੂਗਾ ਕਿਉਂਕਿ ਪਹਿਲਾਂ ਸਾਲ ਦਾ ਸੀ ਲੇਕਿਨ ਹੁਣ ਇਹ ਥੋੜਾ ਐਕਸਟੈਂਡ ਹੋ ਗਿਆ, ਹੁਣ ਇਹ 1.5 ਸਾਲ ਦਾ ਵੀਜ਼ਾ ਹੋ ਗਿਆ ਜਿਹਦੇ ਵਿੱਚ ਤੁਸੀਂ ਇੱਥੋਂ ਜਾਓਗੇ ਔਨ ਜੌਬ ਟ੍ਰੇਨਿੰਗ ਵੀਜ਼ਾ ਹੋਊਗਾ ਜਿਸ 'ਚ 1 ਲੱਖ ਤੋਂ ਵੱਧ 1,20,000 ਦੇ ਆਸ-ਪਾਸ ਜਿਹੜੀ ਤੁਹਾਨੂੰ ਸੈਲਰੀ ਵੀ ਮਿਲਦੀ ਹੈ। ਉਹਦੇ 'ਚ ਜਿਹੜਾ ਤੁਹਾਡਾ ਖਰਚਾ ਉਹ 20 ਤੋਂ 25,000 ਰੁਪਏ ਤੁਹਾਡਾ ਖਰਚਾ ਹੈ ਔਰ ਤੁਸੀਂ ਸੇਵਿੰਗ ਜਿਹੜੀ ਹੈਗੀ ਹੈ 90,000 ਤੋਂ ਲੈ ਕੇ 1 ਲੱਖ ਤੱਕ ਦੀ ਆਪਣੀ ਸੇਵਿੰਗ ਕਰ ਸਕਦੇ ਹੋ। ਸੋ ਇਹ ਸਭ ਤੋਂ ਵਧੀਆ ਆਪਸ਼ਨ ਹੈਗੀ ਹੈ। ਔਰ ਦੂਸਰੀ ਗੱਲ ਇਹ ਜ਼ਰੂਰ ਮੈਂ ਹਰਜੋਤ ਜੀ ਕਹਿਣਾ ਚਾਹੂੰਗੀ, ਬਹੁਤ ਸਟੂਡੈਂਟ ਕਹਿੰਦੇ ਕਿ ਇੱਥੇ ਜੌਬ ਕਿੱਦਾਂ ਦੀ ਸਾਨੂੰ ਮਿਲੇਗੀ, ਬਿਲਕੁਲ ਸਾਡੀ ਟ੍ਰੇਨਿੰਗ ਕਿਹੜੀ ਸਟਰੀਮ ਦੇ ਵਿੱਚ ਹੋਊਗੀ। ਤੇ ਦੇਖੋ ਬਿਲਕੁਲ ਕਲੀਅਰ ਕੱਟ ਹੈ, ਕਲੀਅਰ ਹੋ ਕੇ ਆਇਓ ਜਦੋਂ ਵੀ ਸਾਡੇ ਆਫਿਸ ਦੇ ਵਿੱਚ ਇਸ ਵੀਜ਼ਾ ਦੇ ਰਿਗਾਰਡਿੰਗ ਗੱਲ ਕਰਨੀ ਕਿ ਤੁਹਾਡੀ ਜਿਹੜੀ ਜੌਬ ਦੀ ਅਸਾਈਨਮੈਂਟਸ ਹੋਣਗੀਆਂ ਇਹ ਸਿਰਫ ਫਾਰਮਿੰਗ ਦੇ ਵਿੱਚ ਹੀ ਹੋਣਗੀਆਂ, ਜਾਂ ਪਿਗਰੀ ਫਾਰਮ ਹੋਊਗਾ ਜਾਂ ਪੋਲਟਰੀ ਫਾਰਮ ਹੋਊਗਾ ਤੇ ਇਹਦੇ ਵਿੱਚ ਜਾਂ ਡੇਰੀ ਫਾਰਮ ਹੋਊਗਾ। ਇਹ 3-4 ਫਾਰਮਿੰਗਸ ਹੈਗੀਆਂ ਨੇ ਜਿਨ੍ਹਾਂ 'ਚ ਤੁਹਾਡਾ ਔਨ ਜੌਬ ਟ੍ਰੇਨਿੰਗ ਵੀਜ਼ਾ ਹੋਊਗਾ। ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਅਸੀਂ ਸ਼ੋਅ 'ਤੇ ਤੁਹਾਨੂੰ ਕੁਝ ਹੋਰ ਕਹੀਏ, ਆਫਿਸ ਤੁਸੀਂ ਆਓ ਉਦੋਂ ਅਸੀਂ ਕੁਝ ਹੋਰ ਕਹੀਏ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਤੁਸੀਂ ਇੰਨੀ ਦੂਰੋਂ ਆਉਣਾ ਹੈਗਾ, ਸਾਡੇ ਕੋਲ ਵਿਜ਼ਿਟ ਕਰਨਾ, ਜਿਹੜੇ ਕਿਤੇ ਨਹੀਂ ਜਾ ਸਕਦੇ ਘੱਟ ਖਰਚੇ ਦੇ ਵਿੱਚ ਜਿਹੜੇ ਔਨ ਜੌਬ ਟ੍ਰੇਨਿੰਗ ਵੀਜ਼ਾ ਲੈਣਾ ਚਾਹੁੰਦੇ ਨੇ, ਡੈਨਮਾਰਕ ਸ਼ੈਨਗਨ ਦੇ ਵਿੱਚ ਜਾਣਾ ਚਾਹੁੰਦੇ ਜਾਂ ਸ਼ੈਨਗਨ ਦੇ ਵਿੱਚ ਐਂਟਰੀ ਪਾਉਣਾ ਚਾਹੁੰਦੇ ਨੇ, ਇਸੇ ਵੀਜ਼ਾ ਦੇ ਥਰੂ ਜਿਹੜਾ ਹੈਗਾ ਉਹਨਾਂ ਨੂੰ ਸ਼ੈਨਗਨ ਦੇ ਵਿੱਚ ਐਂਟਰੀ ਕਰਨ ਦਾ ਮੌਕਾ ਮਿਲ ਸਕਦਾ, ਉਹ ਵੀ ਲੀਗਲ ਤਰੀਕੇ ਨਾਲ। ਸੋ ਜਿਹੜੇ ਵੀ ਐਪਲੀਕੈਂਟ ਦੇਖ ਰਹੇ ਨੇ ਜਿਨ੍ਹਾਂ ਦਾ ਬਜਟ ਜਿਹੜਾ ਹੈਗਾ ਸਿਰਫ 7 ਤੋਂ 8 ਲੱਖ ਰੁਪਏ ਤੱਕ ਦਾ ਹੈਗਾ ਆ, ਉਹ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਨ।
ਨੀਚੇ ਲਿਖੇ ਹੋਏ ਨੰਬਰਾਂ ਤੇ ਕਾਲ ਕਰਨ, ਅਪਾਇੰਟਮੈਂਟ ਲੈ ਕੇ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਨ ਔਰ ਇਸ ਚੀਜ਼ ਬਾਰੇ ਪ੍ਰੋਪਰ ਵੇਰਵਾ ਜਿਹੜਾ ਉਹ ਜ਼ਰੂਰ ਲੈਣ। ਜੀ 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 ਬਿਲਕੁਲ, ਕਿਉਂਕਿ ਅਸੀਂ ਹਰ ਵਾਰੀ ਡਿਸਕਸ ਕਰਦੇ ਔਰ ਕਈ ਜੋ ਹੈ ਇਸ ਦੇ ਜ਼ਰੀਏ ਆਪਣਾ ਵਿਦੇਸ਼ ਜਾਣ ਦਾ ਸੁਪਨਾ ਉਹ ਸਾਕਾਰ ਕਰ ਸਕਦੇ, ਜਿਹੜੇ ਕਈ ਵਾਰੀ ਸੋਚਦੇ ਨੇ ਕਿ ਅਸੀਂ ਹੁਣ ਜਾ ਹੀ ਨਹੀਂ ਸਕਦੇ। ਏਜ ਦਾ ਲੈ ਕੇ ਵੀ ਜ਼ਰੂਰ ਮੈਂ ਹੋਰ ਰਿਕੁਆਇਰਮੈਂਟਸ ਬਾਰੇ ਜ਼ਰੂਰ ਜਾਣਨਾ ਚਾਹਾਂਗੀ, ਤਾਂ ਕਿ ਜਿਹੜੇ ਵੀ ਘਰਾਂ ਵਿੱਚ ਬੈਠ ਕੇ ਸਾਡਾ ਸ਼ੋਅ ਵੇਖ ਰਹੇ ਨੇ ਉਹ ਸਮਝ ਸਕਣ ਵੀ ਉਹ ਖੁਦ ਐਲੀਜੀਬਲ ਹੈ ਕਿ ਨਹੀਂ ਇਸ ਦੇ ਲਈ। ਜੀ ਬਿਲਕੁਲ, ਦੇਖੋ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਜੇ ਅਸੀਂ ਗੱਲ ਕਰੀਏ 10ਵੀਂ 12ਵੀਂ ਹੋਣੀ ਚਾਹੀਦੀ ਹੈ ਤੁਹਾਡੇ ਕੋਲ। ਮਿਨੀਮਮ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ 10ਵੀਂ ਹੈ ਜਾਂ 12ਵੀਂ ਹੈ ਜੀ। ਆਇਲਸ ਦੀ ਵੈਸੇ ਐਸਚ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ, ਲੇਕਿਨ ਬੈਠਣਾ ਤੁਹਾਨੂੰ ਪਊਗਾ ਆਇਲਸ ਦੇ ਪੇਪਰ ਦੇ ਵਿੱਚ 3 ਜਾਂ 3.5 ਬੈਂਡ ਦੀ ਰਿਕੁਆਇਰਮੈਂਟ ਹੈ, ਜਿਹੜਾ ਕੋਈ ਵੀ ਲੈ ਲੂਗਾ, ਕਿਉਂਕਿ 10ਵੀਂ ਜਾਂ 12ਵੀਂ ਤੱਕ ਅਸੀਂ ਸਾਰਿਆਂ ਨੇ ਇੰਨੀ ਇੰਗਲਿਸ਼ ਪੜ੍ਹੀ ਹੁੰਦੀ ਹੈ ਕਿ ਅਸੀਂ ਆਇਲਸ ਦੇ ਪੇਪਰ 'ਚ ਬਹਿ ਕੇ 3 ਜਾਂ 3.5 ਬੈਂਡ ਲੈ ਲਈਏ। ਜੀ 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 ਤੁਸੀਂ 10 ਜਾਂ 15 ਦਿਨ ਦੀ ਟ੍ਰੇਨਿੰਗ ਤੱਕ ਵੀ ਇਹ ਬੈਂਡ ਲੈ ਸਕਦੇ ਹੋ ਜਦੋਂ ਤੁਸੀਂ ਮੇਰੇ ਕੋਲ ਐਨਰੋਲ ਹੋ ਜਾਓਗੇ। ਔਰ ਇਹਦੇ ਵਿੱਚ ਜਿਹੜੀ ਮੋਸਟ ਆਫ ਦਾ ਪੇਮੈਂਟ ਜਿਹੜੀ ਹੈਗੀ ਤੁਹਾਡੀ ਵੀਜ਼ਾ ਤੋਂ ਬਾਅਦ ਹੀ ਜਾਣੀ ਹੈ, ਸੋ ਇਸ ਵੱਲੋਂ ਵੀ ਤੁਹਾਨੂੰ ਜਿਹੜਾ ਹੈਗਾ ਬਿਲਕੁਲ ਬੇਫਿਕਰ ਹੋ ਜਾਣਾ ਚਾਹੀਦਾ ਆ। ਸੋ ਇਹਦੇ ਵਿੱਚ ਵੀ ਜਦੋਂ ਵੀਜ਼ਾ ਤੁਹਾਡਾ ਲੱਗ ਜਾਏਗਾ ਉਸ ਤੋਂ ਬਾਅਦ ਤੁਸੀਂ ਜਿਹੜੀ ਬਾਕੀ ਪੇਮੈਂਟ ਦੇਣੀ ਹੈ, ਸੋ ਉਹ ਸਾਰੀਆਂ ਕੰਡੀਸ਼ਨ ਤੁਸੀਂ ਜਦੋਂ ਆਫਿਸ ਆਓਗੇ ਅਸੀਂ ਤੁਹਾਨੂੰ ਸਾਰੀਆਂ ਕਲੀਅਰ ਕਰਾਂਗੇ। ਐਲੀਜੀਬਿਲਿਟੀ ਕ੍ਰਾਈਟੇਰੀਆ ਬਿਲਕੁਲ ਕਲੀਅਰ ਹੈ ਜੀ। ਉਮਰ ਤੁਹਾਡੀ 30 ਤੋਂ 31 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਆਇਲਸ ਦਾ ਜਿਹੜੀ ਰਿਕੁਆਇਰਮੈਂਟ ਹੈਗੀ ਉਹ 3 ਜਾਂ 3.5 ਬੈਂਡ ਹੋਣੇ ਚਾਹੀਦੇ ਨੇ, ਜਰਨਲ ਜਾਂ ਅਕੈਡਮਿਕ ਦੋਨੋਂ। ਠੀਕ ਹੈ ਬਿਲਕੁਲ, ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਨੋਟ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ। ਤੇ ਬਾਕੀ ਪੂਰੀ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਡਿਟੇਲ ਸਮਝੋ, ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪ੍ਰੋਫਾਈਲ ਇਸ ਦੇ ਲਈ ਢੁਕਦੀ ਹੈ ਤਾਂ ਤੁਸੀਂ ਜ਼ਰੂਰ ਇਸ ਉੱਪਰ ਵੀਜ਼ਾ ਲੈ ਸਕਦੇ ਹੋ। ਆਪਾਂ ਮੁੜ ਤੁੜ ਕੇ ਅਗਰ ਗੱਲ ਕਰੀਏ ਸਟੱਡੀ ਵੀਜ਼ਾ ਦੀ ਗੱਲ ਕਰ ਲਈਏ, ਸਟੂਡੈਂਟਸ ਦੀ ਗੱਲ ਕਰ ਲਈਏ, ਅੱਜ ਦੇ ਟਾਈਮ ਵਿੱਚ ਆਪਾਂ ਦੇਖੀਏ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਹੀ ਸੀ, ਆਪਸ਼ਨਸ ਬਹੁਤ ਸਾਰੀਆਂ ਸਟੂਡੈਂਟ ਕੋਲ, ਇਸੇ ਕਰਕੇ ਸ਼ਾਇਦ ਕਨਫਿਊਜ਼ ਵੀ ਹੋ ਜਾਂਦੇ ਨੇ। ਤਾਂ ਮੈਂ ਜ਼ਰੂਰ ਥੋੜਾ ਜਿਹਾ ਚਾਹੂੰਗੀ ਕਿ ਕਿਸੇ ਤਰੀਕੇ ਨਾਲ ਆਪਾਂ ਸਟੂਡੈਂਟਸ ਨੇ ਵੀ ਗਾਈਡ ਕਰੀਏ ਕਿ ਉਹਨਾਂ ਨੂੰ ਖੁਦ ਸਮਝ ਆਏ। ਆਪਾਂ ਅਗਰ ਗੈਪ ਵਾਈਜ਼ ਕਰ ਲਈਏ, ਸਟੱਡੀ ਵਾਈਜ਼ ਕਰ ਲਈਏ ਜਾਂ ਆਇਲਸ ਸਕੋਰ ਵਾਈਜ਼ ਕਰ ਲਈਏ, ਵੀ ਉਹਨਾਂ ਨੂੰ ਪਤਾ ਹੋਵੇ ਕਿ ਇਹ ਉਹਨਾਂ ਦੀ ਪ੍ਰੋਫਾਈਲ ਹੈ ਤਾਂ ਸਿੰਪਲ ਫੰਡਾ ਹੈ ਕਿ ਉਹ ਇਸ ਕੰਟਰੀ ਲਈ ਅਪਲਾਈ ਕਰ ਸਕਦੇ। ਜੀ ਬਿਲਕੁਲ, ਦੇਖੋ ਵਰਕ ਪਰਮਿਟ ਦੇ ਨਾਂ ਤੇ, ਪੀਆਰ ਦੇ ਨਾਂ ਤੇ ਬਹੁਤ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਬਿਨਾਂ ਮਤਲਬ ਤੋਂ। ਲੇਕਿਨ ਤੁਹਾਨੂੰ ਦੱਸ ਦਈਏ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈਗਾ ਤੇ ਆਜ ਦੀ ਰਿਕੁਆਇਰਮੈਂਟ ਬਹੁਤ ਮਸਟ ਹੈ। ਹੁਣ ਜੇ ਡੈਨਮਾਰਕ ਦਾ ਅਸੀਂ ਔਨ ਜੌਬ ਟ੍ਰੇਨਿੰਗ ਵੀਜ਼ਾ ਵੀ ਦੇ ਰਹੇ ਹਾਂ, ਉਹਦੇ ਵਿੱਚ ਵੀ ਆਇਲਸ ਦੀ ਰਿਕੁਆਇਰਮੈਂਟ ਜਿਹੜੀ ਮਸਟ ਹੈ 3 3.5 ਬੈਂਡ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਜੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਕੈਨੇਡਾ ਜਾਂ ਆਸਟ੍ਰੇਲੀਆ, ਤੁਹਾਨੂੰ ਆਇਲਸ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਬੈਟਰ ਹੈ ਕਿਸੇ ਦੇ ਵਿੱਚ ਝਾਂਸੇ ਦੇ ਵਿੱਚ ਨਾ ਆਓ, ਸਿੱਧੇ ਤਰੀਕੇ ਨਾਲ ਲੀਗਲ ਤਰੀਕੇ ਨਾਲ ਜਾਓ। ਹੁਣ ਜੇ ਤੁਹਾਡੇ 5.5 ਬੈਂਡ ਹੈਗੇ ਨੇ, ਨਾਟ ਲੈਸ ਦੈਨ 5.5, 2018 19 20 ਤੋਂ 21 ਪਾਸ ਆਊਟ ਸਟੂਡੈਂਟ ਹੈਗੇ ਨੇ, ਆਸਟ੍ਰੇਲੀਆ ਤੁਹਾਨੂੰ ਵੈਲਕਮ ਕਰ ਰਿਹਾ। ਮਾਰਚ ਦੇ ਵਿੱਚ ਹੀ ਅਸੀਂ ਤੁਹਾਡੀ ਫਾਈਲ ਲੌਗਇਨ ਕਰ ਦੇਵਾਂਗੇ, ਜ਼ਿਆਦਾ ਇਨਟੇਕ ਲਈ ਅਸੀਂ ਵੇਟ ਨਹੀਂ ਕਰਾਵਾਂਗੇ। ਇਸੇ ਲਈ ਜਲਦੀ ਤੋਂ ਜਲਦੀ ਤੁਸੀਂ ਸਾਡੇ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰੋ। 95 92 501 501 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ। ਇਸ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਤੁਹਾਡਾ ਬਜਟ ਥੋੜਾ ਜਿਹਾ ਜ਼ਿਆਦਾ ਹੈਗਾ, ਤੁਸੀਂ GIC ਕੈਨੇਡਾ ਦੇ ਪੇ ਕਰ ਸਕਦੇ ਹੋ। ਆਇਲਸ ਦਾ ਜਿਹੜਾ ਤੁਹਾਡਾ ਸਕੋਰ ਹੈਗਾ ਹੈ ਓਵਰਆਲ 6 ਨਾਟ ਲੈਸ ਦੈਨ 6 ਈਚ ਹੈ, ਤੁਸੀਂ ਕੈਨੇਡਾ ਵਾਸਤੇ ਐਲੀਜੀਬਲ ਹੋ। ਕੈਨੇਡਾ ਸੈਪਟੰਬਰ ਇਨਟੇਕ ਵਾਸਤੇ, ਉਸ ਤੋਂ ਪਹਿਲਾਂ ਵਾਲਾ ਇਨਟੇਕ ਅਸੀਂ ਨਹੀਂ ਕਰ ਸਕਦੇ। ਸੈਪਟੰਬਰ ਇਨਟੇਕ ਲਈ ਐਲੀਜੀਬਲ ਹੋ ਤਾਂ ਤੁਸੀਂ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ। ਆਫਰ ਲੈਟਰ ਮੰਗਵਾਉਣ ਦੇ ਕੋਈ ਪੈਸੇ ਨਹੀਂ ਹੈ, ਨਾ ਆਸਟ੍ਰੇਲੀਆ ਦੇ ਨਾ ਕੈਨੇਡਾ ਦੇ। ਔਰ ਇਸ ਤੋਂ ਇਲਾਵਾ ਜਿਹਨਾਂ ਬੱਚਿਆਂ ਕੋਲ ਬਿਲਕੁਲ ਬਜਟ ਘੱਟ ਹੈ, 10 ਲੱਖ ਤੋਂ ਥੱਲੇ 7 ਤੋਂ 8 ਲੱਖ ਤੱਕ ਦਾ ਬਜਟ ਹੈ, ਜਿਹੜੇ ਸਿਰਫ ਕੰਮ ਕਰਨ ਵਾਸਤੇ ਜਾਣਾ ਚਾਹੁੰਦੇ, ਔਨ ਜੌਬ ਟ੍ਰੇਨਿੰਗ ਵਰਕ ਪਰਮਿਟ ਲੈਣਾ ਚਾਹੁੰਦੇ ਨੇ, ਔਨ ਜੌਬ ਟ੍ਰੇਨਿੰਗ ਕਰਨਾ ਚਾਹੁੰਦੇ ਨੇ, ਜੇ ਉਹਨਾਂ ਨੂੰ ਸੈਲਰੀ ਵੀ ਮਿਲਣ ਤੇ ਉਹ ਪੜ੍ਹਨ ਵੀ, ਕੁਝ ਸਿੱਖਣ ਵੀ, ਤੇ ਉਹਦੇ ਵਿੱਚ ਜਿਹੜਾ ਹੈਗਾ ਸ਼ੈਨਗਨ ਡੈਨਮਾਰਕ ਨੂੰ ਅਸੀਂ ਡੀਲ ਕਰਦੇ ਹਾਂ, ਜਿਹਦੇ ਵਿੱਚ ਇਹਦੇ ਵਿੱਚ ਵੀ ਇਹੀ ਆਪਸ਼ਨ ਹੈ ਕਿ ਸਪੈਸ਼ਲੀ ਇਹ ਆਪਸ਼ਨ ਹੈ ਕਿ ਤੁਸੀਂ ਜਿਹੜੇ ਬਾਕੀ ਪੈਸੇ ਨੇ ਤੁਸੀਂ ਵੀਜ਼ੇ ਤੋਂ ਬਾਅਦ ਦੇ ਸਕਦੇ ਹੋ। ਸੋ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦਾ ਤੁਹਾਨੂੰ ਮਿਸ ਗਾਈਡ ਨਹੀਂ ਕੀਤਾ ਜਾਊਗਾ। ਪੰਜਾਬ ਸਰਕਾਰ ਤੋਂ ਲਾਇਸੈਂਸ ਅਪਰੂਵਡ ਕੰਪਨੀ ਹੈ ਜੀ, ਕਾਫੀ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ। ਤੁਸੀਂ ਆਫਿਸ ਆ ਕੇ ਲੱਗੇ ਵੀਜ਼ੇ ਵੀ ਦੇਖ ਸਕਦੇ ਹੋ, ਔਰ ਵੀ ਜਿਹੜੇ ਸਟੂਡੈਂਟ ਜਿਨ੍ਹਾਂ ਦਾ ਵੀਜ਼ਾ ਹੈ ਉਹਨਾਂ ਨਾਲ ਵੀ ਅਸੀਂ ਜਿਹੜੀ ਹੈ ਗੱਲ ਕਰਾ ਸਕਦੇ ਹਾਂ। ਸੋ ਇਹ ਇੱਕ ਮਾਰਚ ਵਾਲਾ ਜਿਹੜਾ ਹੁਣ ਐਂਡ ਹੈਗਾ, ਇਹ 골ਡਨ ਟਾਈਮ ਹੈ। ਅੱਜ ਅਸੀਂ ਸ਼ੋਅ ਕਰ ਰਹੇ ਹਾਂ, ਮੈਂ ਚਾਹੁੰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਕਾਲ ਕਰਕੇ ਆਫਿਸ ਵਿਜ਼ਿਟ ਕਰੋ, ਸੋ ਦੈਟ ਕਮਿੰਗ ਲੌਟ ਦੇ ਵਿੱਚ ਤੁਹਾਡੀਆਂ ਕੇਸਿਸ ਨੂੰ ਅਸੀਂ ਲੌਗਇਨ ਕਰਨ ਦੀ, ਅੰਬੈਸੀ ਦੇ ਵਿੱਚ ਲਗਾਉਣ ਦੀ ਪੂਰੀ ਕੋਸ਼ਿਸ਼ ਕਰੀਏ। ਜੀ ਬਿਲਕੁਲ। ਇੱਥੇ ਨਾ ਮੈਂ ਤੁਸੀਂ ਬਹੁਤ ਅੱਛੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹੋ, ਪਰ ਜਿੰਨੇ ਵੀ ਸਟੂਡੈਂਟ ਸ਼ੋਅ ਵੇਖ ਰਹੇ ਹੋਣੇ, ਅਗਰ ਮੈਂ ਉਹਨਾਂ ਦੀ ਗੱਲ ਕਰਾਂ ਨਾ, ਉਹਨਾਂ ਨੂੰ ਹਮੇਸ਼ਾ ਆਉਂਦਾ ਕਿ ਸਾਡੇ ਨਾਲ ਜਿੰਨਾ ਘੱਟ ਆਇਲ ਸਕੋਰ ਦੇ ਵਿੱਚ ਵਧੀਆ ਤੋਂ ਵਧੀਆ ਜਗ੍ਹਾ ਸਾਡਾ ਵੀਜ਼ਾ ਲੱਗ ਜਾਏ, ਜਦ ਕਿ ਜਿੱਥੇ ਵੀ ਜਿਸ ਕੰਟਰੀ ਜਾਣਾ ਉਹਨਾਂ ਨੂੰ ਬੋਲਣੀ ਤਾਂ ਇੰਗਲਿਸ਼ ਹੀ ਪੈਣੀ ਹੈ, ਹਨਾ। ਫਿਰ ਵੀ ਬੱਚੇ ਇਸ ਚੀਜ਼ ਤੋਂ, ਸਟੂਡੈਂਟ ਇਹਨਾਂ ਚੀਜ਼ਾਂ ਤੋਂ ਭੱਜਦੇ ਨੇ। ਉਹਨਾਂ ਨੂੰ ਤੁਸੀਂ ਕੀ ਕਹੋਗੇ, ਕਿਉਂਕਿ ਇੱਕ ਵਾਰੀ ਚੰਗਾ ਆਇਲ ਸਕੋਰ ਹੋਵੇ ਉਹਨਾਂ ਦੀ ਸਕਸੈਸ ਰੇਸ਼ੋ ਵੀ ਵੱਧਦੀ ਹੈ। ਜੀ ਬਿਲਕੁਲ, ਦੇਖੋ ਜਿਹੜੇ ਤੇ ਗੈਪ ਵਾਲੇ ਸਟੂਡੈਂਟਸ ਹੈ ਉਹਨਾਂ ਨੂੰ ਹੁਣ ਬਾਰ-ਬਾਰ ਆਇਲਸ ਕਰਕੇ ਆਪਣਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਇਹਨਾਂ ਇਨਟੇਕਸ ਦੇ ਵਿੱਚ ਆਪਣੀ ਫਾਈਲ ਲਾ ਲੈਣੀ ਚਾਹੀਦੀ ਹੈ। ਲੇਕਿਨ ਜਿਹੜੇ ਹੁਣ ਵੀਕ ਕੇ ਪਾਸ ਆਊਟ ਸਟੂਡੈਂਟ ਹੈਗੇ ਉਹਨਾਂ ਦੇ ਆਇਲਸ
ਆਇਲਸ ਦਾ ਨਹੀਂ ਇੱਕ ਵਾਰੀ ਜੇ ਸਕੋਰ ਆਇਆ ਉਹ ਆਪਣੀ ਆਇਲਸ ਨੂੰ ਰਿਪੀਟ ਕਰ ਸਕਦੇ। ਜੀ ਜੀ ਲੇਕਿਨ ਜੇ ਅਸੀਂ ਚੰਗੀ ਕੰਟਰੀਜ਼ ਦੀ ਗੱਲ ਕਰੀਏ ਆਸਟ੍ਰੇਲੀਆ, ਕੈਨੇਡਾ ਐਂਡ ਸ਼ੈਨਗਨ, ਇਹ ਤਿੰਨਾਂ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਹੋਰ ਵੀ ਵਧੀਆ ਕੰਟਰੀ ਹੋਣਗੀ ਜਿੱਥੇ ਬੱਚੇ ਸੈਟਲ ਹੋ ਸਕਦੇ ਨੇ, ਕਿਉਂਕਿ ਸ਼ੈਨਗਨ ਦੇ ਵਿੱਚ ਵੀ ਦੇਖੋ ਤੁਸੀਂ 5 ਸਾਲ ਰਹਿਣ ਤੋਂ ਬਾਅਦ ਤੁਸੀਂ ਪੀਆਰ ਹੋ ਜਾਂਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਤੇ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ। ਬੈਂਡਸ ਦੇ ਅਕੋਰਡਿੰਗਲੀ ਤੁਹਾਨੂੰ ਅਸੀਂ ਬੈਸਟ ਕੰਟਰੀਜ਼ ਜਿਹੜੀਆਂ ਵਰਲਡ ਦੀਆਂ ਸੁਜੈਸਟ ਕਰ ਰਹੇ ਹਾਂ। ਡੈਨਮਾਰਕ ਦੀ ਗੱਲ ਕਰੀਏ, ਇਹਦੇ ਪਾਸਪੋਰਟ ਦੀ ਵੈਲਿਡਿਟੀ ਨੰਬਰ 3 ਤੇ ਹੈਗੀ ਔਰ 0 ਕ੍ਰਾਈਮ ਰੇਟ ਹੈ ਇੱਥੇ, ਕੋਈ ਵੀ ਕ੍ਰਾਈਮ ਨਹੀਂ ਹੈਗਾ, ਸਭ ਤੋਂ ਹੈਪੀਐਸਟ ਕੰਟਰੀ ਹੈ। ਤੁਸੀਂ ਸਰਚ ਵੀ ਕਰ ਸਕਦੇ ਹੋ ਗੂਗਲ ਤੇ। ਜੀ ਜੀ ਸੋ ਬਿਲਕੁਲ ਜੀ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ। ਜਿਹੜੇ ਪੈਰੈਂਟਸ ਮੇਰਾ ਸ਼ੋਅ ਦੇਖ ਰਹੇ ਨੇ, ਤੁਹਾਡੇ ਬੱਚਿਆਂ ਲਈ ਅਸੀਂ ਸਹੀ ਡਿਸੀਜਨ ਲੈ ਕੇ ਆਏ ਹਾਂ। ਉਹ ਕੰਟਰੀਆਂ ਨਹੀਂ ਹੈਗੀਆਂ ਸਿਰਫ ਜਿਨ੍ਹਾਂ 'ਚ ਸਾਡਾ ਫਾਇਦਾ ਹੋ ਸਕੇ, ਇਹ ਉਹੀ ਕੰਟਰੀਜ਼ ਹੈਗੀਆਂ ਜਿਹਦੇ 'ਚ ਤੁਹਾਡੇ ਬੱਚਿਆਂ ਦਾ ਫਾਇਦਾ ਹੋ ਸਕੇ। ਵਰਨਾ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਲੋਕ ਆ ਕੇ ਕਿੰਨੀਆਂ ਕੰਟਰੀਜ਼ ਅਲੱਗ-ਅਲੱਗ ਪ੍ਰਮੋਟ ਕਰਦੇ ਫਿਰਦੇ ਨੇ ਜਿਨ੍ਹਾਂ 'ਚ ਉਹਨਾਂ ਦਾ ਬੈਨੀਫਿਟ ਹੈ, ਲੇਕਿਨ ਇਸ ਟਾਈਮ ਅਸੀਂ ਉਹ ਕੰਟਰੀਜ਼ ਪ੍ਰਮੋਟ ਕਰ ਰਹੇ ਹਾਂ ਜਿਨ੍ਹਾਂ 'ਚ ਵੀਜ਼ਾ ਵੀ ਹੈ ਔਰ ਤੁਹਾਡੇ ਬੱਚਿਆਂ ਦਾ ਬੈਨੀਫਿਟ ਵੀ ਹੈਗਾ ਜੀ। ਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਜੋ ਆਪਾਂ ਡਿਸਕਸ਼ਨ, ਜੋ ਗੱਲਾਂ ਬਾਤਾਂ ਕੀਤੀਆਂ ਨੇ, ਤੁਸੀਂ ਇਹਨਾਂ ਨੂੰ ਜ਼ਰੂਰ ਧਿਆਨ ਨਾਲ ਸੁਣਿਆ, ਸਮਝਿਆ ਹੋਏਗਾ, ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਲਈ ਇੱਕ ਸਹੀ ਡਿਸੀਜਨ ਲੈ ਸਕੋ। ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਹੁਣ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।